ਗੁਰਦਿਆਲ ਸਿੰਘ ਦਾ ਨਾਵਲ ਕੁਵੇਲਾ ਦਾ ਦੂਸਰਾ ਭਾਗ, ਪਹਿਲਾ ਅੰਗ, ਦੂਜਾ ਪਹਿਰ। 3 ਦਿਨ ਭਰਾ ਜੀ ਨੇ ਹੀਰਾ ਦੇਵੀ ਨੂੰ ਬਿਸਤਰੇ ਉੱਠਣ ਨਹੀਂ ਦਿੱਤਾ। ਉਹਨਾਂ ਪੰਡਤ ਜੀ ਨੂੰ ਸੱਦ ਕੇ ਕੁਝ ਦਿਨਾਂ ਲਈ ਮੰਦਰ 'ਚ ਪੂਜਾ ਪਾਠ ਦਾ ਕੰਮ ਸੌਂਪ ਦਿੱਤਾ ਸੀ। ਹੀਰਾ ਦੇਵੀ ਇਸ ਨਾਲ ਸੰਤੁਸ਼ਟ ਨਹੀਂ ਸੀ। ਉਹ ਆਪ ਜਾ ਕੇ ਸਾਰੇ ਕੰਮ ਦੀ ਨਿਗਰਾਨੀ ਕਰਨਾ ਚਾਹੁੰਦੀ ਸੀ, ਪਰ ਭਰਾ ਜੀ ਆਗਿਆ ਨਹੀਂ ਸੀ ਦੇ ਰਹੇ। ਆਪਣੇ ਬਿਸਤਰੇ 'ਤੇ ਪਿਆ ਉਹਦਾ ਮਨ ਕਦੀ ਏਡਾ ਕਾਹਲਾ ਪੈ ਜਾਂਦਾ ਕਿ ਉੱਠ ਕੇ ਭੱਜ ਜਾਣਾ ਚਾਹੁੰਦੀ। ਉੱਧਰ ਹਰ ਸਮੇਂ ਮਕਾਨਾਂ ਆਈਆਂ ਰਹਿੰਦੀਆਂ, ਤੀਵੀਆਂ ਦੇ ਦਿਲ ਵਿੰਨਵੇਂ ਵੈਣ ਝੱਲੇ ਨਹੀਂ ਸੀ ਜਾਂਦੇ। ਕਦੀ ਤੇ ਆ ਕੇ ਲਿਲਕਾਂ ਛੱਡਦਿਆਂ ਅਜਿਹੇ ਬੋਲ ਚੁੱਕਦੀਆਂ ਕਿ ਕੰਧਾਂ ਨੂੰ ਵੀ ਰੁਆ ਦਿੰਦੀਆਂ। ਅਜਿਹੇ ਵੇਲੇ ਉਹ ਕੰਨਾਂ 'ਚ ਉਂਗਲਾਂ ਦੇ ਲੈਂਦੀ, ਭਗਵਾਨ ਦਾ ਧਿਆਨ ਧਰਦੀ, ਪਰ ਮਨ ਫੇਰ ਵੀ ਸਥਿਰ ਨਹੀਂ ਸੀ ਰਹਿੰਦਾ। ਮੋਹ ਮਾਇਆ ਦੀ ਤਿਲਕਣ ਤੋਂ ਪੈਰ ਬਾਰ ਤਿਲਕ ਜਾਂਦੇ। ਸਭ ਗਿਆਨ ਧਿਆਨ ਨਿਗੂਣੇ ਜਾਪਣ ਲੱਗ ਪੈਂਦੇ ਤੇ ਮਨ ਮਾਇਆ ਸਾਗਰ ਦੀਆਂ ਛੱਲਾਂ 'ਚ ਤੀਲੇ ਵਾਂਗ ਰੁੜ ਪੈਂਦਾ। ਬਿਮਾਰੀ ਘਟਣ ਦੀ ਥਾਂ ਸਗੋਂ ਵੱਧ ਜਾਂਦੀ। ਚੌਥੇ ਦਿਨ ਭਰਾ ਜੀ ਨੇ ਜ਼ਿਲ੍ਹੇ ਦੇ ਸ਼ਹਿਰੋਂ ਨਰਸ ਮੰਗਵਾ ਲਈ। ਸੁਬਕ ਜਿਹੀ ਛੀਂਟਕੀ ਕੁੜੀ, ਚਿੱਟੀ ਘੁੱਗੀ ਵਰਗੀ ਲੱਗਦੀ ਸੀ। ਜਦੋਂ ਦਵਾਈ ਦਿੰਦੀ, ਚਾਹ ਪਿਆਉਂਦੀ ਜਾਂ ਮੁੜ ਲਿਟਾਉਣ ਤੋਂ ਪਹਿਲਾਂ ਸਰਾਣਾ ਚਾਦਰ ਠੀਕ ਕਰਦੀ ਤਾਂ ਉਹਦੀ ਸਾਰੀ ਦੇਹ ਮੋਹ ਨਾਲ ਮੋਮਬੱਤੀ ਵਾਂਗ ਢਲ ਪੈਂਦੀ। ਹਰ ਬੋਲ ਮਿੱਠਤ ਨਾਲ ਬੋਲਦੀ, ਹਰ ਕੰਮ ਵਿਸ਼ੇਸ਼ ਗੌਰ ਨਾਲ ਕਰਦੀ। ਉਸ ਇਹ ਗੁਣ ਸਿੱਖੇ ਹੋਏ ਨਹੀਂ ਸੀ, ਸਗੋਂ ਜਮਾਂਦਰੂ ਲੱਗਦੇ ਸੀ। ਫਿਰ ਵੀ ਪਹਿਲੇ 2 ਦਿਨ ਹੀਰਾ ਦੇਵੀ ਨੂੰ ਉਹਦੀ ਕੋਈ ਗੱਲ ਚੰਗੀ ਹੁੰਦਿਆਂ ਵੀ ਚੰਗੀ ਨਹੀਂ ਸੀ ਲੱਗੀ। ਤੀਜੇ ਦਿਨ ਇਸ ਗੱਲੋਂ ਸ਼ਰਮ ਜੀ ਆਈ ਕਿ ਏਡੀ ਚੰਗੀ ਸੇਵਾਦਾਰ ਕੁੜੀ ਨਾਲ ਉਹਦਾ ਵਤੀਰਾ ਚੰਗਾ ਨਹੀਂ ਸੀ। ਤੇਰੇ ਪੇਕੇ ਕਿੱਥੇ ਆ ਬੀਬੀ ਸੰਤੋਸ਼? ਉਸ ਤੀਜੇ ਦਿਨ ਸ਼ਾਮ ਨੂੰ ਨਰਮੀ ਨਾਲ ਪੁੱਛਿਆ, ਪਰ ਕੁੜੀ ਦਾ ਚਿਹਰਾ ਇੱਕਦਮ ਉਦਾਸ ਹੋ ਗਿਆ। ਥੋੜਾ ਚਿਰ ਉਹ ਚੁੱਪ ਬੈਠੀ ਰਹੀ, ਫਿਰ ਜਿਵੇਂ ਉਹਨੂੰ ਯਾਦ ਆ ਗਿਆ, ਮੁਸਕਰਾ ਕੇ ਬੋਲੀ, ਜੀ ਪੇਕਿਆਂ ਦਾ ਸਕਾ ਤਾਂ ਕੋਈ ਨਹੀਂ। ਮੈਂ ਆਪਣੀ ਚਾਚੀ ਜੀ ਕੋਲ ਪਲੀ ਹਾਂ। ਬਾਕੀ ਸਾਡੇ ਸਭ ਸੰਨ 47 'ਚ ਉੱਧਰ ਹੀ ਰਹਿ ਗਏ ਸੀ, ਪਰ ਚਾਚੀ ਮੇਰੀ ਬਹੁਤ ਚੰਗੀ ਆ। ਚਾਚਾ ਜੀ ਵੀ ਦੇਵਤਾ ਲੋਕ ਹੈ। ਉਹਨਾਂ ਨੇ ਮੈਨੂੰ ਕੋਰਸ ਕਰਵਾਇਆ ਤੇ ਹਸਪਤਾਲ 'ਚ ਨੌਕਰੀ ਦਵਾਈ ਹੈ। ਵਿਆਹ ਹੋਇਆ ਜੀ, ਮੰਗਣੀ ਹੋਈ ਹੈ। ਕਿੱਥੇ? ਕੀ ਕਰਦਾ ਤੇਰਾ ਹੋਣ ਵਾਲਾ ਪਤੀ? ਉਹ ਬੈਂਕ 'ਚ ਕਲਰਕ ਨੇ ਜੀ, ਜਲੰਧਰ। ਤੂੰ ਦੇਖਿਆ? ਹਾਂਜੀ। ਤੇ ਉਹ ਸੰਗ ਗਈ। ਮਲੂਕ ਚਿਹਰੇ ਉੱਤੇ ਆਈ ਸੂਹੀ ਭਾ ਬਿਜਲੀ ਦੀ ਬੁਝੂ ਕਰਦੀ ਬੱਤੀ 'ਚ ਵੀ ਦਿਸ ਪਈ ਸੀ। ਹੀਰਾ ਦੇਵੀ ਨੇ ਹੋਰ ਕੋਈ ਗੱਲ ਨਹੀਂ ਪੁੱਛੀ। ਇਉਂ ਜਾਪਿਆ ਜਿਵੇਂ ਕੁਝ ਪੁੱਛ ਕੇ ਵੀ ਉਹ ਆਪਣੀ ਆਤਮਾ ਨੂੰ ਧਰਮ ਮਾਰਗ ਤੋਂ ਡੁਲਾ ਰਹੀ ਹੋਵੇ। ਸੰਸਾਰੀ ਲੋਕਾਂ ਦੇ ਜੀਵਨ ਨਾਲ ਉਹਦਾ ਕੀ ਸੰਬੰਧ? ਉਹ ਕਿਉਂ ਜਿਹੀਆਂ ਗੱਲਾਂ ਪੁੱਛੇ? ਅਜੇ ਤੱਕ ਭਰਾ ਜੀ ਨੇ ਕੇਸਰੀ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗਣ ਦਿੱਤਾ, ਪਰ ਇਹ ਗੱਲ ਕਦੋਂ ਤੱਕ ਲੁਕਾ ਕੇ ਰੱਖੀ ਜਾ ਸਕਦੀ ਸੀ? ਫੂਸ ਦੀ ਅੱਗ ਵਾਂਗ ਪਹਿਲਾਂ ਸਾਰੇ ਗਲੀ ਮਹੱਲੇ 'ਚ ਫੈਲੀ, ਫਿਰ ਸਾਰੀ ਮੰਡੀ 'ਚ, ਤੇ ਹੀਰਾ ਦੇਵੀ ਕੋਲ ਗੁਆਂਢੀਆਂ ਦੀ ਇੱਕ ਕੁੜੀ ਸੁੱਤੇ ਸੁਭਾਅ ਹੀ ਦੱਸ ਗਈ। ਉਹ ਕਿਧਰੇ ਗਲੀ 'ਚ ਖੇਡਦੀ ਨਰਸ ਨੂੰ ਚੰਬੇ ਨਾਲ ਵਹਿੰਦੀ ਤੁਰੀ ਆਈ ਸੀ। ਅੰਦਰ ਉਹਨੂੰ ਪਿਆ ਵੇਖ ਕੇ ਜਿਵੇਂ ਸੁੱਤੇ ਸੁਭਾਅ ਹੀ ਦੱਸ ਗਈ। ਉਹਦੀ ਲੁਤਰੀ ਜੀਭ ਨੂੰ ਹੀਰਾ ਦੇਵੀ ਰੋਕ ਨਹੀਂ ਸਕੀ। ਭੂਆ ਜੀ, ਤੁਸੀਂ ਬਿਮਾਰ ਹੋ? ਜਦੋਂ ਉਸ ਮੋਟੀਆਂ ਅੱਖਾਂ ਫਰਕਾਉਂਦਿਆਂ ਪੁੱਛਿਆ ਤਾਂ ਹੀਰਾ ਦੇਵੀ ਆਤਮਾ ਦੇ ਸੰਸਾਰੀ ਮੋਹ ਨੂੰ ਨਹੀਂ ਰੋਕ ਸਕੀ ਤੇ ਚੁੱਪ ਰਹਿਣ ਦੀ ਥਾਂ ਉਸ ਹਾਂ ਕਹਿਤੀ ਤੇ ਇੱਥੋਂ ਗੱਲ ਵੱਧ ਗਈ। ਇਹ ਕੁੜੀ ਜੀ ਇੱਥੇ ਕੀ ਕਰਦੀ ਆ ਤੁਹਾਡੇ ਕੋਲੇ? ਇਹ ਨਰਸ ਹੈ। ਨਰਸ ਹੈ? ਕੀ ਲੈਣ ਆਈ ਹੈ? ਮੈਨੂੰ ਦਵਾਈ ਬੂਟੀ ਦਿੰਦੀ ਹੈ। ਕਿਉਂ? ਇਹ ਕਿਉਂ ਦਵਾਈ ਦਿੰਦੀ ਹੈ? ਤੁਸੀਂ ਆਪੇ ਹੀ ਪੀ ਲਿਆ ਕਰੋ। ਮੈਥੋਂ ਉੱਠਿਆ ਨਹੀਂ ਜਾਂਦਾ ਤੇ ਮੈਂ ਉਠਾ ਦੂੰ, ਜਾਂ ਤੁਸੀਂ ਉਹਨੂੰ ਸੱਦ ਲਓ, ਉਹ ਜਿਹੜੀ ਬਾਹਮਣੀ ਤੁਹਾਡੇ ਮੰਦਰ 'ਚ ਰਹਿੰਦੀ ਹੈ। ਤੇ ਫਿਰ ਅਚਾਨਕ ਹੀ ਕੁੜੀ ਨੂੰ ਜਿਵੇਂ ਕੁਝ ਚੇਤੇ ਆ ਗਿਆ ਤੇ ਉਸ ਤੀਵੀਆਂ ਦੇ ਲਹਿਜੇ 'ਚ ਆਵਾਜ਼ ਨੂੰ ਖਾਸ ਢੰਗ ਨਾਲ ਲਮਕਾ ਕੇ ਬੋਲਦਿਆਂ ਕਿਹਾ, ਲੈ ਸੱਚ, ਮੈਂ ਤਾਂ ਭੁੱਲੀ ਫਿਰਦੀ ਹਾਂ। ਉਹ ਤਾਂ ਤੁਹਾਡੀ ਰਕਾਨੋਂ ਕਹਿੰਦੇ ਆ ਕਿਧਰੇ ਭੱਜ ਵੀ ਗਈ। ਉਹ ਭੱਜ ਕਿੱਧਰ ਗਈ ਭੂਆ ਜੀ? ਉਹ ਬਾਹਮਣੀ ਨਹੀਂ ਹੋਰ ਸੀ ਜਿਹੜੀ ਸੋਹਣੀ ਜੀ? ਹੀਰਾ ਦੇਵੀ ਦੀਆਂ ਅੱਖਾਂ ਸਾਹਮਣੇ ਅਚਾਨਕ ਨੇਰ ਗੁਬਾਰ ਛਾ ਗਿਆ। ਉਹਨੂੰ ਕੁੜੀ ਦੀ ਗੱਲ ਦਾ ਸੱਚ ਨਹੀਂ ਆਇਆ, ਪਰ ਫਿਰ ਜਦੋਂ ਮਨ ਬਹੁਤਾ ਡੋਲਣ ਲੱਗਿਆ ਤਾਂ ਕਾਹਲੀ ਪੈ ਕੇ ਪੁੱਛਿਆ, ਤੈਨੂੰ ਕੀ ਪਤਾ ਵੀ ਉਹ ਭੱਜ ਗਈ? ਲੈ ਸੁਣ ਲੈ। ਆਪਣੀ ਮਾਂ ਵਾਂਗੂ ਠੋਡੀ ਤੇ ਉਂਗਲ ਧਰਦਿਆਂ ਕੁੜੀ ਬੋਲੀ, ਜੀ ਤਾਂ ਗਾਉਂਦਾ ਫਿਰਦਾ ਤੇ ਮੇਰੀ ਕਮਲੀ ਭੂਆ ਕਹਿੰਦੀ ਆ, ਤੈਨੂੰ ਕਿਵੇਂ ਪਤਾ ਲੱਗਿਆ? ਉਹਦੀ ਇਉਂ ਬੋਲਣ ਦੇ ਅੰਦਾਜ਼ ਕਰਕੇ ਨਰਸ ਦੀ ਮੱਲੋ ਮੱਲੀ ਹਾਸੀ ਨਿਕਲ ਗਈ। ਕੁੜੀ ਨੇ ਭਵੱਤਰ ਕੇ ਉਸ ਵੱਲ ਵੇਖਿਆ ਤੇ ਸੰਗ ਕੇ ਉਸੇ ਵੇਲੇ ਬਾਹਰ ਨੱਸ ਗਈ, ਪਰ ਜਿਹੜੀ ਚੰਗਿਆੜੀ ਉਹ ਸੁੱਟ ਗਈ ਸੀ ਉਹ ਫੂਸ ਦੇ ਢੇਰ 'ਚ ਡਿੱਗ ਪਈ ਸੀ। ਹੀਰਾ ਦੇਵੀ ਨੇ ਕੰਧ ਵੱਲ ਮੂੰਹ ਕਰ ਲਿਆ ਤੇ ਕੰਧ ਉੱਤੇ ਲੱਗੇ ਲਾਲ ਸਿਆਹੀ ਦੇ 2 ਨਿਸ਼ਾਨਾਂ ਵੱਲ ਝਾਕਦੀ ਰਹੀ। ਕੁੜੀ ਦੀ ਕਹੀ ਗੱਲ ਪਲ ਦੀ ਪਲ ਨਿਰਾ ਝੂਠ ਜਾਪੀ, ਪਰ ਜਦੋਂ ਸੱਚੀ ਹੋਣ ਦਾ ਅਹਿਸਾਸ ਹੁੰਦਾ ਤਾਂ ਸਾਰੀ ਦੇਹ 'ਚੋਂ ਚੰਗਿਆੜੇ ਨਿਕਲਣ ਲੱਗ ਪੈਂਦੇ।
ਕਈ ਵਾਰੀ ਪਾਸਾ ਪਰਤਿਆ ਤੇ ਉਸਲ ਵੱਟੇ ਲੈਂਦਿਆਂ ਨਰਸ ਨੂੰ ਕਿਹਾ ਕਿ ਉਹਨੂੰ ਉਠਾ ਕੇ ਬਿਠਾ ਦੇਵੇ। ਉਹਨੇ ਕੰਧ ਨਾਲ 2 ਸਿਰਹਾਣੇ ਧਰੇ, ਸਿਰਹਾਣਾ ਦੇ ਕੇ ਬਿਠਾਤਾ। ਸੁੰਨੀਆਂ ਨਜ਼ਰਾਂ ਨਾਲ ਪਹਿਲਾਂ ਸੱਜੇ ਪਾਸੇ ਪਈਆਂ ਮੂਰਤੀਆਂ ਵੱਲ, ਫਿਰ ਸਾਹਮਣੇ ਟੰਗੀਆਂ ਤਸਵੀਰਾਂ ਵੱਲ ਵੇਖਿਆ ਤਾਂ ਨਰਸ ਵੀ ਉਹਦੀ ਹਾਲਤ ਬਾਰੇ ਕੁਝ ਫਿਕਰਮੰਦ ਹੋ ਗਈ, ਪਰ ਕੁਝ ਪੁੱਛਣ ਦਾ ਉਹਦਾ ਹੀਆ ਫੇਰ ਵੀ ਨਹੀਂ ਸੀ ਪੈਂਦਾ। ਤੁਸੀਂ ਚਾਹ ਲਓਗੇ ਥੋੜ੍ਹੀ ਜਿੰਨੀ? ਅਖੀਰ ਉਹ ਜਿਵੇਂ ਸੰਗਦਿਆਂ ਸਹਿਮਦਿਆਂ ਪੁੱਛਿਆ, ਪਰ ਹੀਰਾ ਦੇਵੀ ਨੇ ਬੋਲ ਕੇ ਜਵਾਬ ਦੇਣ ਦੀ ਥਾਂ ਸਿਰ ਹਿਲਾਤਾ। ਨਰਸ ਚੁੱਪ ਹੋ ਗਈ। ਬਿੰਦੁਕ ਪਿੱਛੋਂ ਕੁਝ ਸੋਚ ਕੇ ਫੇਰ ਬੋਲੀ, ਜੇ ਮੈਨੂੰ ਆਗਿਆ ਦਿਓ ਤਾਂ ਤੁਹਾਨੂੰ ਲਿਟਾ ਦਿਆਂ, ਬਹੁਤਾ ਚਿਰ ਤੁਹਾਨੂੰ ਬੈਠਣਾ ਨਹੀਂ ਚਾਹੀਦਾ। ਉਹ ਸਗੋਂ ਸਿਰ ਹਿਲਾਤਾ ਤੇ ਨਰਸ ਦੀਆਂ ਬਦਾਮੀ ਅੱਖਾਂ 'ਚ ਤਾੜ ਤਾੜ ਕੇ ਝਾਕਣ ਲੱਗ ਪਈ। ਨਰਸ ਸੱਚੀ ਘਬਰਾ ਗਈ। ਅੱਛਾ, ਤੁਸੀਂ ਥੋੜਾ ਦੁੱਧ ਜ਼ਰੂਰ ਪੀ ਲਓ। ਉਹ ਥਰਮਸ ਬੋਤਲ ਵੱਲ ਝਾਕਦਿਆਂ ਬੋਲੀ। ਨਹੀਂ, ਹੀਰਾ ਦੇਵੀ ਨੇ ਰੁੱਖੀ ਆਵਾਜ਼ 'ਚ ਕਿਹਾ, ਤੂੰ ਮੇਰੇ ਕੋਲ ਬਹਿ। ਨਰਸ ਚੁੱਪ ਕਰਕੇ ਉਹਦੀਆਂ ਪੁਆਂਦਾਂ ਵੱਲ ਬੈਠਦਿਆਂ ਬਿੱਤਰ ਬਿੱਤਰ ਉਸ ਵੱਲ ਵੇਖਣ ਲੱਗ ਪਈ। ਪਹਿਲਾਂ ਜੀ ਕੀਤਾ ਡਾਕਟਰ ਸਾਹਿਬ ਨੂੰ ਖਬਰ ਕਰੇ, ਪਰ ਫਿਰ ਆਪਣੀ ਨਮੋਸ਼ੀ ਜਾਪੀ। ਹੀਰਾ ਦੇਵੀ ਨੇ ਮੁੜ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਤੱਕਿਆ ਤੇ ਕੰਬਦੀ ਜੀ ਆਵਾਜ਼ 'ਚ ਬੋਲੀ, ਤੈਨੂੰ ਕੇਸਰੀ ਦਾ ਪਤਾ ਕਿੱਧਰ ਗਈ ਹੈ? ਮੈਨੂੰ? ਮੈਂ ਤਾਂ ਜੀ ਕੇਸਰੀ ਦਾ ਨਾਂ ਹੀ ਤੁਹਾਡੇ ਮੂੰਹੋਂ ਸੁਣਿਆ। ਨਹੀਂ, ਤੈਨੂੰ ਪਤਾ? ਤੂੰ ਝੂਠ ਬੋਲਦੀ ਐ। ਤੇ ਹੀਰਾ ਦੇਵੀ ਦੀਆਂ ਅੱਖਾਂ ਇੱਕੋ ਵਾਰੀ ਪੂਰੀਆਂ ਖੁੱਲ੍ਹ ਕੇ ਮਿਚ ਗਈਆਂ। ਧੌਣ ਸੱਜੇ ਮੋਢੇ ਵੱਲ ਲੁੜਕ ਗਈ। ਘਾਬਰੀ ਨਰਸ ਨੇ ਉਹਨੂੰ ਮੋਢਿਆਂ ਤੋਂ ਫੜਿਆ ਤੇ ਠੀਕ ਕਰਕੇ ਲਿਟਾ ਦਿੱਤਾ। ਪਹਿਲਾਂ ਅਲਮਾਰੀ 'ਚੋਂ ਕੱਢ ਕੇ ਦਵਾਈ ਦਾ ਅੱਧਾ ਕੁ ਚਮਚ ਉਹਦੇ ਮੂੰਹ 'ਚ ਪਾਉਣਾ ਚਾਹਿਆ, ਪਰ ਦੰਦਲ ਪੈ ਜਾਣ ਕਰਕੇ ਉਹ ਬਾਹਰ ਡੁੱਲ ਗਈ। ਫਿਰ ਚਮਚੇ ਨਾਲ ਦੰਦਲ ਭੰਨੀ, ਉਸ ਪਿੱਛੋਂ ਡਾਕਟਰ ਸਾਹਿਬ ਨੂੰ ਬੁਲਾ ਲਿਆਈ। ਉਹ ਆਏ ਤਾਂ ਹਾਲਤ ਵੇਖ ਕੇ ਤੇ ਸਾਰੀ ਗੱਲ ਪੁੱਛ ਕੇ ਨਰਸ ਨਾਲ ਇਸ ਗੱਲੋਂ ਖਫਾ ਹੋ ਗਏ ਕਿ ਉਹਨੇ ਕੁੜੀ ਨੂੰ ਅੰਦਰ ਆਉਣ ਕਿਉਂ ਦਿੱਤਾ। ਨਰਸ ਨੇ ਆਪਣੀ ਗਲਤੀ ਤੇ ਪਛਤਾਉਂਦਿਆਂ ਮਾਫੀ ਮੰਗੀ। ਉਹ ਸੱਚੀ ਪਛਤਾ ਰਹੀ ਸੀ। ਉਸ ਪਿੱਛੋਂ 2 ਦਿਨ ਹੀਰਾ ਦੇਵੀ ਦੀ ਹਾਲਤ ਬੜੀ ਖਰਾਬ ਰਹੀ ਤੇ ਡਾਕਟਰ ਸਾਹਿਬ ਨੇ ਆਪਣੀ ਮਦਦ ਲਈ ਆਪਣੇ ਇੱਕ ਮਿੱਤਰ ਡਾਕਟਰ ਨੂੰ ਵੀ ਸੱਦਿਆ। ਚਿੰਤਾ ਹੁਣ ਬਹੁਤੀ ਸਰੀਰਕ ਬਿਮਾਰੀ ਦੀ ਨਹੀਂ, ਮਾਨਸਿਕ ਬਿਮਾਰੀ ਦੀ ਸੀ। ਹਰ ਸੰਭਵ ਯਤਨ ਕੀਤਿਆਂ ਵੀ ਕੋਈ ਮੋੜ ਨਹੀਂ ਸੀ ਪੈ ਰਿਹਾ, ਪਰ ਤੀਜੇ ਦਿਨ ਹਾਲਤ ਆਪਣੇ ਆਪ ਹੀ ਕੁਝ ਸੁਧਰਨ ਲੱਗ ਪਈ ਤੇ ਆਸ ਬੱਝ ਗਈ। ਪਹਿਲਾਂ ਆਪਣੇ ਛੋਟੇ ਭਰਾ ਮਦਨ ਮੋਹਨ ਨੂੰ ਸੱਦਣ ਬਾਰੇ ਵੀ ਸੋਚਿਆ, ਪਰ ਉਹ ਸਣੇ ਪਰਿਵਾਰ ਪਰਸੋਂ ਹੀ ਗਿਆ ਸੀ। ਹੁਣ ਸੱਦਣਾ ਠੀਕ ਨਹੀਂ ਲੱਗਿਆ। ਅੱਜ ਹੋਰ ਭਲਕ ਹੋਰ ਉਹ ਠੀਕ ਹੁੰਦੀ 4-5 ਦਿਨਾਂ 'ਚ ਠੀਕ ਹੋ ਗਈ, ਪਰ ਕਮਜ਼ੋਰੀ ਇੰਨੀ ਹੋ ਗਈ ਸੀ ਕਿ ਪਾਸਾ ਪਰਤਣ ਲਈ ਵੀ ਨਰਸ ਨੂੰ ਸੱਦਣਾ ਪੈਂਦਾ ਸੀ। ਹੋਰ 4 ਦਿਨਾਂ ਪਿੱਛੋਂ ਜਦ ਨਰਸ ਵੀ ਚਲੀ ਗਈ, ਹੀਰਾ ਦੇਵੀ ਉਂਝ ਵੀ ਰਤਾ ਤੁਰਨ ਫਿਰਨ ਜੋਗੀ ਹੋ ਗਈ ਤਾਂ ਮਨ ਦੀ ਅਵਸਥਾ ਵਧੇਰੇ ਡਾਵਾਂਡੋਲ ਹੋ ਗਈ। ਮੁੜ ਮੁੜ ਕੇਸਰੀ ਦਾ ਖਿਆਲ ਆਈ ਜਾਂਦਾ, ਮੰਦਰ ਦੀ ਹਾਲਤ ਦਾ ਖਿਆਲ ਆਈ ਜਾਂਦਾ। ਜੇਲ੍ਹ ਵਰਗੇ ਘਰ ਦਾ ਮਾਹੌਲ ਦੁਖਦਾਈ ਬਣਦਾ ਜਾ ਰਿਹਾ ਸੀ। ਨਰਸ ਦੇ ਜਾਣ ਨਾਲ ਹੋਰ ਵੀ ਮਨ ਉਦਾਸ ਹੋ ਗਿਆ ਸੀ। ਏਡੀ ਸਾਊ, ਏਡੀ ਸੇਵਾਦਾਰ, ਏਡੀ ਚੰਗੀ ਕੁੜੀ, ਪਰ ਯਤੀਮ। ਕੀ ਭਗਵਾਨ ਚੰਗੇ ਲੋਕਾਂ ਨੂੰ ਹੀ ਪ੍ਰੀਖਿਆਵਾਂ 'ਚ ਪਾਉਂਦਾ? ਹੁਣ ਵੱਡੀ ਦੁਖਦਾਈ ਗੱਲ ਇਹ ਸੀ ਕਿ ਮਨ ਸੰਸਾਰੀ ਜੀਵਾਂ ਦੇ ਮੋਹ ਜਾਲ 'ਚ ਵਧੇਰੇ ਫਸਦਾ ਜਾ ਰਿਹਾ ਸੀ। ਕੋਈ ਵੀ ਗਿਆਨ ਧਰਮ ਦੀ ਸੰਜੀਵਨੀ ਅਸਰ ਨਹੀਂ ਸੀ ਕਰਦੀ ਜਾਪਦੀ। ਨਰਸ ਤੇ ਕੇਸਰੀ ਮੁੜ ਮੁੜ ਯਾਦ ਆਉਂਦੀਆਂ ਰਹਿੰਦੀਆਂ ਸੀ। ਉਹਨਾਂ ਨਾਲ ਜਿਵੇਂ ਯੁੱਗਾਂ ਦੀ ਸਾਂਝ ਜਾਪਣ ਲੱਗ ਪਈ ਸੀ। ਅਗਲੇ ਦਿਨ ਆਥਣੇ ਜਦੋਂ ਭਰਾ ਜੀ ਆਪਣੇ ਹਸਪਤਾਲੋਂ ਘਰ ਆਏ ਤਾਂ ਉਹਨੇ ਝਕਦਿਆਂ ਕਿਹਾ, ਤੁਹਾਡੇ ਹਸਪਤਾਲ ਕਿਸੇ ਨਰਸ ਦੀ ਲੋੜ ਨਹੀਂ ਭਰਾ ਜੀ? ਕਿਉਂ? ਉਹਨਾਂ ਹੀਰਾ ਦੇਵੀ ਦੇ ਅਜਿਹੇ ਸਵਾਲ ਤੇ ਰਤਾ ਹੈਰਾਨ ਤੇ ਫਿਰ ਖੁਸ਼ ਹੁੰਦਿਆਂ ਕਿਹਾ, ਤੈਨੂੰ ਇਹ ਖਿਆਲ ਕਿਵੇਂ ਆਇਆ? ਲੋੜ ਤਾਂ ਹੈ, ਪਰ ਕੋਈ ਚੰਗੀ ਕੁੜੀ ਮਿਲਦੀ ਨਹੀਂ। ਮਿਲਦੀ ਹੈ ਤਾਂ ਤਨਖਾਹ ਮੰਗਦੀ ਹੈ, ਤੇ ਜੇ ਕੋਈ ਬਿਨਾਂ ਤਨਖਾਹੋਂ ਮਿਲ ਜਾਏ ਉਹ ਕਿਵੇਂ? ਇਉਂ ਉਸ ਤਕੜੀ ਆਵਾਜ਼ ਨਾਲ ਕਿਹਾ ਕਿ ਮੇਰਾ ਆਪ ਨਰਸ ਬਣਨ ਨੂੰ ਫੇਰ ਜੀ ਕਰਦਾ ਹੈ। ਭਰਾ ਜੀ ਦਾ ਮੂੰਹ ਅੱਡਿਆ ਹੀ ਰਹਿ ਗਿਆ। ਉਹਨਾਂ ਮੂੰਹ ਵਿੱਚ ਹੀ ਅੰਗਰੇਜ਼ੀ ਦੇ ਕੁਝ ਸ਼ਬਦ ਬੁੜਬੁੜਾਏ ਤੇ ਉਹਨੂੰ ਬੱਚਿਆਂ ਵਾਂਗ ਮੋਢਿਓਂ ਥਾਪੜਦੇ ਹੱਸਦਿਆਂ ਬੋਲੇ, ਤੂੰ ਆਪਣੇ ਭਗਵਾਨ ਨਾਲ ਲਿਵ ਲਾਈ ਰੱਖ, ਇਹ ਕੰਮ ਹੁਣ ਤੇਰੇ ਵੱਸ ਦਾ ਨਹੀਂ। ਤੇ ਫਿਰ ਤੁਰਨ ਲੱਗਿਆਂ ਬੋਲੇ, ਅੱਛਾ ਘੰਟੇ ਤੱਕ ਇਹ 2 ਗੋਲੀਆਂ ਜ਼ਰੂਰ ਲੈ ਲਈ ਯਾਦ ਕਰਕੇ। ਪਰ ਹਫ਼ਤਾ ਮਗਰੋਂ ਉਹਨਾਂ ਨੇ ਲੋਕਾਂ ਨੇ ਇਕੱਲੋਕਾਰ ਘਟਨਾ ਵਾਪਰਦੀ ਵੇਖੀ। ਜਿਸ ਵੇਲੇ ਹੀਰਾ ਦੇਵੀ ਨੂੰ ਨਿੱਤ ਗਲੀ ਮਹੱਲੇ ਵਾਲੇ ਮੰਦਰ ਜਾਂਦਿਆਂ ਵੇਖਦੇ ਸੀ, ਉਹ ਅੱਜ ਉਸੇ ਵੇਲੇ ਮੰਦਰ ਵੱਲੋਂ ਆ ਕੇ ਦੂਜੇ ਪਾਸੇ ਭਰਾ ਜੀ ਦੇ ਹਸਪਤਾਲ ਵੱਲ ਜਾ ਰਹੀ ਸੀ। ਇੱਧਰ ਬੀਬੀ ਜੀ, ਅੱਜ ਕਿੱਧਰ? ਅਣਜਾਣ ਜੇ ਸੋਧਾ ਮਲ ਨੇ ਹੁੱਕੀ ਗੁੜਗੁੜਾਉਂਦਿਆਂ ਪੁੱਛ ਲਿਆ। ਇੱਕ ਵਾਰ ਜੀ ਕੀਤਾ ਜੇ ਬਿਸ਼ਗਨੇ ਸਵਾਲ ਦਾ ਜਵਾਬ ਹੀ ਨਾ ਦੇਵੇ। ਫਿਰ ਮਨ 'ਚ ਮੋਹ ਦੀ ਕੋਈ ਪਰਤ ਬਿਜਲੀ ਦੀ ਤਰ੍ਹਾਂ ਵਾਂਗ ਲਿਸ਼ਕੀ ਤੇ ਹੋਠਾਂ ਤੇ ਮੁਸਕਾਨ ਲਿਆ ਕੇ ਬੋਲੀ, ਹਸਪਤਾਲ ਚੱਲੀਆਂ ਤਾਇਆ ਜੀ। ਕਿਉਂ ਭਾਈ ਸੁੱਖੀ ਸੰਦੀ ਹਸਪਤਾਲ ਕਿਉਂ? ਤੇਰਾ ਤਾਂ ਭਰਾ ਡਾਕਟਰ ਆ। ਨਹੀਂ ਜੀ, ਮੈਂ ਨਹੀਂ ਉਹੀ। ਤੇ ਪੂਰੀ ਗੱਲ ਦੱਸਦਿਆਂ ਅਜੇ ਵੀ ਝਿਜਕ ਰਹੀ ਸੀ। ਅੱਛਾ ਤਾਂ ਕੋਈ ਨਹੀਂ, ਮੈਂ ਕਿਹਾ ਕਿਤੇ ਕੋਈ ਦਵਾਈ ਬੂਟੀ ਲੈਣ ਚੱਲੀ ਆ। ਅਗਾਂਹ ਜਾਂਦਿਆਂ ਉਸ ਮਹਿਸੂਸ ਕੀਤਾ ਕਿ ਹਰ ਜਾਣੂ ਉਸ ਵੱਲ ਹੈਰਾਨੀ ਨਾਲ ਵੇਖਦਾ ਸੀ।
ਪਰ ਪੁੱਛਦਾ ਕੋਈ ਨਹੀਂ ਸੀ। ਇਹ ਸਭ ਜਿਵੇਂ ਉਹਦੇ ਜਪ ਤਪ ਕੋਲੋਂ ਤਰਹਿੰਦੇ ਸਹਿਮੇ ਜਾਪਦੇ ਸਨ। ਕਿਸੇ ਦਾ ਉਹਦੇ ਨੇੜੇ ਆਉਣ ਦਾ ਹੀਆ ਨਹੀਂ ਸੀ ਪੈਂਦਾ। ਇਹ ਗੱਲ ਹੁਣ ਤੱਕ ਉਹਨੇ ਕਦੇ ਸੋਚੀ ਵੀ ਨਹੀਂ ਸੀ ਕਿ ਲੋਕ ਉਹ ਤੋਂ ਐਡੀ ਦੂਰ ਵਸਦੇ ਸਨ। ਹੁਣ ਇਹ ਦੂਰੀ ਉਹਨੂੰ ਵਡਿਆਈ ਨਹੀਂ ਸਗੋਂ ਨਮੋਸ਼ੀ ਮਹਿਸੂਸ ਹੋ ਰਹੀ ਸੀ। ਫਿਰ ਵੀ ਮਨ 'ਚ ਸੰਤੁਸ਼ਟੀ ਸੀ ਜਿਸ ਆਸਰੇ ਉਹ ਨਰੋਈ ਕਦਮੀ ਹਸਪਤਾਲ ਦੇ ਅੰਦਰ ਜਾ ਵੜੀ। ਬੂਹੇ ਵੜਦਿਆਂ ਹੀ ਉਹਨੂੰ ਸਪਿਰਿਟ ਤੇ ਕਾਰਬੋਲਿਕ ਐਸਿਡ ਦਾ ਮੁਸ਼ਕ ਜਾਪਿਆ। ਫਿਰ ਚੁੱਕ ਕੇ ਖੱਬੇ ਸੱਜੇ ਵੇਖਿਆ। ਇਹ ਵੇਖ ਕੇ ਨਿਰਾਸ਼ਾ ਹੋਈ ਕਿ ਜਿਹਨੂੰ ਉਹਦੇ ਭਰਾ ਜੀ ਹਸਪਤਾਲ ਕਹਿੰਦੇ ਸੀ ਉਹ ਅਸਲ 'ਚ ਨਰਕ ਕੁੰਡ ਸੀ। ਇਹ ਰਤਨੇ ਚੌਧਰੀ ਦਾ ਇੱਕ ਪੁਰਾਣਾ ਹਾਤਾ ਸੀ। ਇਹਦੇ ਖੁੱਲ੍ਹੇ ਵਿਹੜੇ ਦੇ ਚੌਂਈ ਪਾਸੇ ਨਿੱਕੀਆਂ ਨਿੱਕੀਆਂ ਕੋਠੜੀਆਂ ਬਣੀਆਂ ਸੀ। ਇਹਨਾਂ ਕੋਠੜੀਆਂ 'ਚ ਕਦੇ ਵਪਾਰੀ ਦਾਣਿਆਂ ਦੇ ਕੋਠੇ ਭਰਦੇ ਹੁੰਦੇ ਸੀ। ਹੁਣ ਇਹੋ ਕੱਚੀਆਂ ਪਿੱਲੀਆਂ ਕੋਠੜੀਆਂ ਅੰਦਰੋਂ ਲਿਪ ਪੋਚ ਕੇ ਇੱਕ ਸਮੈਲੀ ਜੀ ਕਲੀ ਕਰਵਾ ਕੇ ਹਸਪਤਾਲ ਬਣਾਇਆ ਸੀ। ਕੋਠੜੀਆਂ 'ਚ ਮੰਜਿਆਂ ਉੱਤੇ ਵਿਛਾਏ ਹੋਏ ਟੂਲੀ ਰੰਗ ਦੇ ਗਦੈਲੇ, ਛੀਂਟ ਦੇ ਮੈਲੇ ਸਰਾਣੇ, ਘੁੱਗੀਆਂ ਵਾਲੀਆਂ ਰਜਾਈਆਂ ਸਭ ਉਪਰਾ ਤੇ ਘਿਨਾਉਣਾ ਦ੍ਰਿਸ਼ ਪੇਸ਼ ਕਰਦੀਆਂ ਸੀ। ਕੱਚੀਆਂ ਕੋਠੜੀਆਂ ਦੇ ਬੂਹਿਆਂ ਨੂੰ ਲੱਗੇ ਵਿੰਗੇ ਟੇਢੇ ਕਿੱਕਰ ਰੇਰੂ ਦੇ ਤਖਤੇ ਬੰਦ ਹੋਏ ਵੀ ਖੁੱਲ੍ਹੇ ਜਾਪਦੇ ਸੀ ਤੇ ਅੰਦਰੋਂ ਬਿਮਾਰਾਂ ਦੀਆਂ ਹੁੰਗਰਾਂ ਸੁਣਾਈ ਦੇ ਰਹੀਆਂ ਸੀ। ਦੋ ਬੰਦੇ ਵਿਹੜੇ 'ਚ ਹੀ ਅਲਾਣੀਆਂ ਮੰਜੀਆਂ ਤੇ ਸੁੱਤੇ ਹੋਏ ਸੀ। ਕੌਣ ਹੈ? ਉਹਨਾਂ 'ਚੋਂ ਇੱਕ ਨੇ ਸਿਰੋਂ ਰਜਾਈ ਲਾਉਂਦੇ ਉੱਬੜਵਾਇਆ ਉੱਠ ਕੇ ਉਸ ਵੱਲ ਵੇਖਿਆ। ਉਹਦੀ ਸ਼ਕਲ ਵੇਖ ਕੇ ਉਹ ਤਰਹਿ ਗਈ। ਉਲਝੀ ਹੋਈ ਕਰੜ ਬਰੜੀ ਦਾੜੀ, ਲਾਲ ਪਿੰਜੂ ਵਰਗੀਆਂ ਅੱਖਾਂ, ਮੱਥਾ ਚਿਹਰਾ ਵੱਟੋ ਵੱਟ ਤੇ ਸਿਰ ਦੀਆਂ ਉਲਝੀਆਂ ਹੋਈਆਂ ਜਟੂਰੀਆਂ ਚਾਰੇ ਪਾਸੇ ਖਿਲ ਰਹੀਆਂ ਹੋਈਆਂ। ਖੱਦਰ ਦਾ ਮੈਲਾ ਕੁੜਤਾ ਖੱਲੜ ਵਰਗਾ ਹੋਇਆ ਪਿਆ ਸੀ। ਉਹ ਪਹਿਲਾਂ ਤਾਂ ਭਵਤਰਿਆ ਹੋਇਆ ਉਸ ਵੱਲ ਝਾਕਦਾ ਰਿਹਾ, ਪਰ ਪਿੱਛੋਂ ਘਟਾਵੇ ਜਿਹੇ ਢੰਗ ਨਾਲ ਦੋਏ ਹੱਥ ਮੱਥੇ ਵੱਲ ਜਾਂਦਿਆਂ ਕੁਝ ਥਥਲਾ ਕੇ ਬੋਲਿਆ, ਸਤਿ ਸ੍ਰੀ ਅਕਾਲ ਬੀਬੀ ਜੀ। ਪਰ ਅੱਗੋਂ ਰਤਾ ਕੁ ਸਿਰ ਨਿਵਾ ਕੇ ਉਪਰੀ ਨਿਗਾਹ ਇੱਧਰ ਉੱਧਰ ਝਾਕਦਿਆਂ ਸਾਹਮਣੇ ਵਾਲੀ ਵੱਡੀ ਸਾਰੀ ਕੋਠੜੀ ਅੰਦਰ ਚਲੀ ਗਈ। ਇਹਦੇ ਬੂਹੇ ਦੀ ਚੁਗਾਠ ਉੱਤੇ ਟੁੱਟੇ ਜਿਹੇ ਅੰਗਰੇਜ਼ੀ ਲਫ਼ਜ਼ਾਂ 'ਚ ਸਫੈਦੇ ਨਾਲ ਡਿਸਪੈਂਸਰੀ ਲਿਖਿਆ ਹੋਇਆ ਸੀ। ਪਰ ਅੰਦਰ ਆਉਂਦਿਆਂ ਹੀ ਉਹਦਾ ਸਾਹ ਘੁਟੇਣ ਲੱਗ ਪਿਆ। ਜਿਵੇਂ ਜਿਵੇਂ ਚਾਰੇ ਪਾਸੇ ਵਹਿੰਦੀ ਗਈ ਉਹਦਾ ਮਨ ਗੁੱਝੀ ਪੀੜ ਨਾਲ ਬੇਬਲ ਹੁੰਦਾ ਗਿਆ। ਇਹ ਡਿਸਪੈਂਸਰੀ ਅਸਲ 'ਚ ਇਸ ਨਰਕ ਕੁੰਡ ਦਾ ਕਬਾੜਖਾਨਾ ਸੀ। ਇੱਕ ਪਾਸੇ ਕੰਧ 'ਚ ਕਿੱਲੀ ਗੱਡ ਕੇ ਲੱਕੜ ਦਾ ਫੱਟਾ ਰੱਖਿਆ ਸੀ। ਇਸ ਉੱਤੇ ਕਿੰਨੀਆਂ ਹੀ ਕਾਲੀਆਂ ਪੀਲੀਆਂ ਸ਼ੀਸ਼ੀਆਂ ਪਈਆਂ ਸੀ। ਇਹਨਾਂ ਦੇ ਪਾਸੇ ਦਵਾਈਆਂ ਦੀਆਂ ਘਰਾਲਾਂ ਵਗੀਆਂ ਪਈਆਂ ਸੀ। ਮੈਲੀ ਰੂੰ ਤੇ ਪੱਟੀਆਂ ਗੱਤੇ ਦੇ ਟੁੱਟੇ ਡੱਬਿਆਂ 'ਚ ਪਈਆਂ ਸੀ। ਅਜਿਹੇ ਇੱਕ ਡੱਬੇ 'ਚ ਬੌਕਰ ਦੇ ਡੱਕੇ ਤੇ ਸਰਕੜੇ ਦੀਆਂ ਤੀਲਾਂ ਤੋੜ ਕੇ ਰੱਖੀਆਂ ਸੀ। ਉਰਲੇ ਖੁੰਝੇ ਲੱਕੜ ਦੀ ਪੁਰਾਣੀ ਕੜਵੰਜੀ ਉੱਤੇ ਪਾਣੀ ਵਾਲਾ ਢੋਲ ਪਿਆ ਸੀ, ਜਿਹਦੀ ਪਿੱਤਲ ਦੀ ਟੂਟੀ ਨਾਲ ਇੱਕ ਦਾਤਣ ਸੇਬਿਆਂ ਨਾਲ ਬੰਨੀ ਹੋਈ ਸੀ। ਹੇਠ ਅੱਤ ਗੰਦੀ ਤੇ ਲਿਬੜੀ ਹੋਈ ਟੀਨ ਦੀ ਬਾਲਟੀ ਲਹੂ ਤੇ ਪੀਪ ਦੇ ਲਿਬੜੇ ਪਿਆਂ ਕਾਗਜ਼ਾਂ ਤੇ ਡੱਕਿਆਂ ਤੀਲਿਆਂ ਨਾਲ ਭਰੀ ਸੀ। ਉਹਦਾ ਚਿੱਤ ਇੱਕਦਮ ਘੇਰਨ ਲੱਗ ਪਿਆ। ਇੰਜ ਮਹਿਸੂਸ ਹੋਇਆ ਜਿਵੇਂ ਉਹਨੂੰ ਘੇਰ ਆਉਣ ਲੱਗੀ ਹੋਵੇ। ਲੱਤਾਂ 'ਚੋਂ ਸਾਹ ਸੱਤ ਮੁੱਕ ਗਿਆ ਜਾਪਿਆ। ਪਿਛਾਂ ਨਿਗਾਹ ਪੁਆਈ ਤਾਂ ਖੂੰਜੇ ਪਿਆ ਲੱਕੜ ਦਾ ਬੈਂਚ ਵੇਖ ਕੇ ਉਸ ਉੱਤੇ ਬੈਠਣ ਲੱਗੀ ਤਾਂ ਬੈਂਚ ਦਾ ਖੱਬਾ ਸਿਰਾ ਟੇਢਾ ਜਿਹਾ ਹੋ ਕੇ ਕੰਧ ਨਾਲ ਜਾ ਵੱਜਿਆ। ਹੇਠੋਂ ਪਾਵੇ ਟੁੱਟੇ ਹੋਏ ਲੱਗਦੇ ਸੀ। ਕੁਝ ਚਿਰ ਸਿਰ ਫੜ ਕੇ ਬੈਠਣ ਪਿੱਛੋਂ ਚਿੱਤ ਟਿਕਾਣੇ ਆਇਆ ਤਾਂ ਬਾਹਰੋਂ ਕੰਪਾਊਂਡਰ ਦੀ ਖਰਵੀ ਆਵਾਜ਼ ਸੁਣਾਈ ਦਿੱਤੀ। ਉਹ ਸ਼ਾਇਦ ਉਸ ਬਾਹਰ ਪਏ ਹੋਏ ਜੱਟ ਨੂੰ ਝਿੜਕ ਰਿਹਾ ਸੀ। ਤੂੰ ਤਾਂ ਇਉਂ ਸੌਂ ਗਿਆ ਜਿਵੇਂ ਘੋੜੇ ਵੇਚ ਕੇ ਸੁੱਤਾ ਹੁੰਨੇ। ਹੁਣ ਨਹੀਂ ਇਹ ਬਚਦੀ। ਜਾ ਕੇ ਡਾਕਟਰ ਸਾਹਿਬ ਨੂੰ ਘਰੋਂ ਸੱਦ ਲਿਆ। ਜੇ ਕੁਛ ਟਰੀਟਮੈਂਟ ਹੋਊ ਤਾਂ ਕਰ ਦੇਣਗੇ, ਨਹੀਂ ਤਾਂ ਆਪਦੀ ਕੀਤੀ ਭੁਗਤੋ। ਸਾਡਾ ਇਸ 'ਚ ਕੀ ਕਸੂਰ ਹੈ? ਕਹਿੰਦਿਆਂ ਜਦੋਂ ਡਿਸਪੈਂਸਰੀ ਅੰਦਰ ਵੜਿਆ ਤਾਂ ਹੀਰਾ ਦੇਵੀ ਨੂੰ ਬੈਂਚ ਤੇ ਬੈਠਿਆਂ ਵੇਖ ਕੇ ਇੰਨਾ ਘਬਰਾਇਆ ਕਿ ਬਿੰਦ ਦਾ ਬਿੰਦ ਉਹਨੂੰ ਕੋਈ ਗੱਲ ਹੀ ਨਹੀਂ ਸੁਝੀ। ਤੁਸੀਂ ਜੀ ਤੁਸੀਂ ਕਹਿੰਦੇ ਆ। ਉਹ ਆਪਣੇ ਠਰੇ ਹੋਏ ਹੱਥ ਮਸਲਦਿਆਂ ਅਗਲੀ ਗੱਲ ਇਉਂ ਬੋਲਿਆ ਜਿਵੇਂ ਨੀਮ ਪਾਗਲ ਹੋਵੇ। ਮੈਂ ਜੀ ਦੇਰ ਹੋ ਗਈ। ਨਮਸਤੇ ਭੈਣ ਜੀ। ਮੈਂ ਜੀ ਕੁਰਸੀ ਲਿਆਵਾਂ? ਤੇ ਉਹ ਸੱਚੀ ਬਾਹਰ ਭੱਜਿਆ। ਉਹਦੀ ਇਸ ਹਾਲਤ ਉੱਤੇ ਪਹਿਲਾਂ ਉਹਨੂੰ ਖਿਝ ਆਈ, ਫਿਰ ਤਰਸ ਤੇ ਉਸ ਪਿੱਛੋਂ ਕ੍ਰੋਧ ਤੇ ਘਿਰਨਾ ਨਾਲ ਮਨ ਪੀੜਤ ਹੋ ਉੱਠਿਆ। ਲਓ ਜੀ ਇੱਥੇ ਬੈਠੋ। ਉਸ ਪਲ ਵਿੱਚ ਹੀ ਲੱਕੜ ਦੀ ਸੀਟ ਵਾਲੀ ਕੁਰਸੀ ਲਿਆਂਦੀ ਤੇ ਪਰਲੇ ਖੂੰਜੇ ਰੱਖ ਕੇ ਆਪਣੇ ਛੀਂਟ ਦੇ ਮੈਲੇ ਰੁਮਾਲ ਨਾਲ ਝਾੜਨ ਲੱਗ ਪਿਆ। ਹੀਰਾ ਦੇਵੀ ਨੇ ਗੌਰ ਨਾਲ ਵੇਖਿਆ। ਉਹਦੇ ਹੱਥ ਬੜੇ ਸੁਕੜੂ ਜਿਹੇ ਤੇ ਝੁਰੜੀਆਂ ਭਰੇ ਸੀ। ਉਮਰ ਜਵਾਨ ਸੀ ਪਰ ਚਿਹਰੇ ਤੇ ਕੋਈ ਚਮਕ ਨਹੀਂ ਸੀ। ਸੱਖਣੀਆਂ ਅੱਖਾਂ ਅੰਦਰ ਧਸੀਆਂ ਸਨ ਤੇ ਮੱਥੇ ਤੇ ਸਿੱਧੀਆਂ ਸੀਖਾਂ ਵਾਂਗ ਖੜੀਆਂ ਦੋ ਲੀਕਾਂ ਕਰਕੇ ਹੋਰ ਵੀ ਵਡੇਰੀ ਉਮਰ ਦਾ ਲੱਗਦਾ ਸੀ। ਦਾੜੀ ਮੁੰਨਿਆਂ ਸ਼ਾਇਦ ਕਈ ਦਿਨ ਹੋ ਗਏ ਸੀ। ਵਾਲ ਕਾਲੇ ਭੂਰੇ ਰੰਗ ਦੇ ਸੀ ਤੇ ਉਹਨਾਂ ਦੀ ਭਾਰ ਚਿਪਚਿਪੀ ਜਿਹੀ ਸੀ। ਜੜ੍ਹਾਂ 'ਚ ਬੱਗੀ ਸਿੱਕਰੀ ਬੜੀ ਬੁਰੀ ਲੱਗਦੀ ਸੀ ਤੇ ਸਿਰ ਨੂੰ ਪਤਾ ਨਹੀਂ ਉਸ ਕੀ ਲਾਇਆ ਸੀ ਕਿ ਰਿੰਡੀ ਦੇ ਤੇਲ ਤੇ ਕੱਪੜਵਾਸ ਵਰਗਾ
ਰਲਵਾਂ ਮੁਸ਼ਕਾ ਰਿਹਾ ਸੀ। ਗੱਲਾਂ ਉੱਤੇ ਵੀ ਅਜਿਹੀ ਚਿਪਚਿਪੀ ਲਿਸ਼ਕ ਸੀ ਜਿਵੇਂ ਕਰੀਮ ਦੀ ਥਾਂ ਵੈਸਲੀਨ ਜਾਂ ਗਰੀਸ ਥੱਪ ਕੇ ਆਇਆ ਹੋਵੇ। ਘਸਿਆ ਮੈਲਾ ਗੂੜੇ ਨੀਲੇ ਰੰਗ ਦਾ ਕੋਟ ਪੈਂਟ ਤੇ ਕਮੀਜ਼ ਚਿੱਟਾ ਸੀ। ਕਮੀਜ਼ ਦੇ ਕਾਲਰਾਂ ਤੇ ਮੈਲ ਜੰਮੀ ਸੀ। ਪੈਰੀਂ ਗੰਢੇ ਤਰੱਪੇ, ਤਿੱਖੀਆਂ ਨੋਕਾਂ ਵਾਲੇ ਬੂਟ ਤੇ ਟੁੱਟੇ ਹੋਏ ਤਸਮੇ, ਉੱਕਾ ਅਜੀਬ ਸ਼ਕਲ ਸੂਰਤ ਵਾਲਾ ਬੰਦਾ। ਚਿੱਤ ਹੋਰ ਘਬਰਾਉਣ ਲੱਗ ਪਿਆ। ਉਹਦਾ ਤੋਤੇ ਵਰਗਾ ਲੰਮਾ ਨੱਕ ਤੇ ਮੋਟੇ-ਮੋਟੇ ਹੋਂਠ ਤੇ ਵੇਖਣਾ ਐਡਾ ਅਸਹਿ ਹੋ ਗਿਆ ਸੀ ਕਿ ਉਸ ਕੋਲੋਂ ਜੋ ਕੁਝ ਪੁੱਛਣਾ ਚਾਹੁੰਦੀ ਸੀ ਉਹ ਵੀ ਪੁੱਛ ਨਹੀਂ ਸਕੀ। ਚਿਹਰੇ ਵੱਲ ਝਾਕਣ ਤੇ ਦਿਲ ਨਹੀਂ ਸੀ ਕਰਦਾ। ਚਾਹ ਲਿਆਵਾਂ ਭੈਣ ਜੀ? ਉਸ ਦੂਰ ਹੋ ਕੇ ਹੱਥ ਜੋੜਦਿਆਂ ਆਪਣੇ ਜਾਣੇ ਬੜੀ ਨਿਮਕੀ ਨਾਲ ਪੁੱਛਿਆ। ਏਡੀ ਅਸੰਗਤ, ਫਜ਼ੂਲ ਤੇ ਉਪਰੀ ਗੱਲ ਸੁਣ ਕੇ ਹੀਰਾ ਦੇਵੀ ਦਾ ਗੁੱਸਾ ਭਾਂਬੜ ਬਣ ਉੱਠਿਆ। ਉਹਨੂੰ ਸਖਤ ਆਵਾਜ਼ ਝਿੜਕਦਿਆਂ ਕਿਹਾ, ਤੈਨੂੰ ਬੋਲਣ ਦੀ ਕੋਈ ਤਮੀਜ਼ ਵੀ ਹੈ ਕਿ ਨਹੀਂ? ਮੈਂ ਇੱਥੇ ਚਾਹ ਪੀਣ ਆਈ ਹਾਂ। ਮੈਂ ਤਾਂ ਜੀ ਉਹੀ ਕਿਹਾ। ਤੇ ਉਹ ਵਿਚਾਰਾ ਥਿੜਕਦੇ ਹੱਥਾਂ ਨਾਲ ਦਾਤਣ ਵਾਲੀ ਟੂਟੀ ਖੋਲ ਕੇ ਸਾਬਣ ਨਾਲ ਥਾਂ ਤੋਂ ਲਿਬੜੀ ਸਿਲਵਰ ਦੀ ਸਾਬਣਦਾਨੀ ਧੋਣ ਲੱਗ ਪਿਆ। ਬਾਬੂ ਜੀ, ਉਹ ਤਾਂ ਸਾਰੀ ਰਾਤ ਨਹੀਂ ਟਿਕੀ, ਉਹਦੀ ਪੱਟੀ ਕਰ ਦਿਓ। ਲਹੂ ਤਾਂ ਸਾਰੀ ਰਾਤ ਬੰਦ ਨਹੀਂ ਜੀ ਹੋਇਆ। ਬੂਹੇ ਕੋਲ ਆ ਕੇ ਹੱਥ ਜੋੜਦਿਆਂ ਇੱਕ ਅੱਧਖੜ ਉਮਰ ਦੀ ਤੀਵੀਂ ਨੇ ਕਿਹਾ ਤੇ ਫਿਰ ਆਪਣਾ ਪੀੜਤ ਚਿਹਰਾ ਹੀਰਾ ਦੇਵੀ ਵੱਲ ਭੁਆਉਂਦਿਆਂ ਸੁੱਤੇ ਸੁਭਾਈ ਹੱਥ ਜੋੜ ਕੇ ਮੂੰਹ 'ਚ ਆਈ ਸਤਿ ਸ੍ਰੀ ਅਕਾਲ ਕਹਿਤੀ। ਹੀਰਾ ਦੇਵੀ ਨੇ ਵੀ ਚੁੱਪਚਾਪ ਹੱਥ ਜੋੜੇ ਤੇ ਆਪਣੀ ਐਨਕ ਠੀਕ ਕੀਤੀ। ਉਸ ਪੇਂਡੂ ਤੀਵੀਂ ਦੇ ਭਰਵੇਂ ਸਰੀਰ, ਸਾਊ ਤੇ ਸਥਿਰ ਸ਼ਾਂਤ ਜੇ ਸੁਭਾਅ ਦਾ ਅਜਿਹਾ ਅਸਰ ਪਿਆ ਕਿ ਉਸ ਤੁਰੰਤ ਹੀ ਉੱਠ ਕੇ ਖੜੀ ਹੁੰਦਿਆਂ ਪੁੱਛ ਲਿਆ, ਗੱਲ ਕੀ ਹੈ ਜੀ? ਜੀ ਮੇਰੀ ਧੀ ਹੈ ਛੋਟੀ, ਉਸੇ ਸਥਿਰ ਆਵਾਜ਼ 'ਚੋਂ ਤੀਵੀਂ ਬੋਲੀ। ਉਹਨੂੰ ਜੀ ਕੱਲ੍ਹ ਬਲਦ ਨੇ ਮਾਰਿਆ। ਵੱਖੀ 'ਚ ਸਿੰਗ ਵੱਜਿਆ ਜੀ, ਨਾਲੇ ਹੋਰ ਵੀ ਕਈ ਥਾਈਂ ਗੁੱਝੀਆਂ ਸੱਟਾਂ ਤੇ ਝਰੀਟਾਂ। ਪਰ ਜੀ ਵੱਖੀ 'ਚੋਂ ਸਾਰੀ ਰਾਤ ਲਹੂ ਬੰਦ ਨਹੀਂ ਹੋਇਆ। ਕੱਲ੍ਹ ਜੀ ਆਥਣੇ ਇਹਨਾਂ ਨੇ ਪੱਟੀ ਕੀਤੀ ਸੀ, ਕੁੜੀ ਸਾਰੀ ਰਾਤ ਮੇਲਦੀ ਰਹੀ, ਲਹੂ ਸਿੰਮੀ ਗਿਆ ਜੀ, ਹਟਿਆ ਨਹੀਂ। ਚਲੋ ਮੈਂ ਵੇਖਾਂ। ਉਹ ਕਰੜੇ ਦਿਲ ਨਾਲ ਉਸ ਤੀਵੀਂ ਦੇ ਨਾਲ ਤੁਰ ਪਈ। ਜਿਉਂਦੇ ਰਹੋ ਜੀ, ਤੁਹਾਨੂੰ ਰੱਬ ਰੰਗ ਭਾਗ ਲਾਵੇ। ਤੀਵੀਂ ਅਸੀਸਾਂ ਦਿੰਦੀ ਉਹਦੇ ਨਾਲ ਤੁਰ ਪਈ ਤੇ ਇੱਕ ਕੋਠੜੀ ਵੱਲ ਇਸ਼ਾਰਾ ਕਰਦੀ ਬੋਲੀ, ਇੱਧਰ ਆ ਜੀਏ ਉਸ ਕੋਠੜੀ 'ਚ। ਪਿੱਛੋਂ ਕੰਪਾਊਂਡਰ ਡਰਦੇ ਕੰਬਦੇ ਹੱਥੀਂ ਪੱਟੀ ਵਾਸਤੇ ਸਭ ਚੀਜ਼ਾਂ ਤਿਆਰ ਕਰਨ ਲੱਗ ਪਿਆ। ਉਹਨੇ ਹੀਰਾ ਦੇਵੀ ਦੀ ਝਿੜਕ ਪਿੱਛੋਂ ਕੋਈ ਗੱਲ ਨਹੀਂ ਸੀ ਸੁੱਝੀ। ਕਾਲੀ ਕਾਲੀ ਅਨੈਮਲ ਦੀ ਮੈਲੀ ਟਰੇ 'ਚ ਸਾਰਾ ਸਮਾਨ ਰੱਖ ਕੇ ਉਸੇ ਕੋਠੜੀ ਵੱਲ ਤੁਰ ਪਿਆ। ਉਹਦੀ ਘਬਰਾਹਟ ਤੇ ਡਰ ਕੰਬਦੀ ਤੇ ਡਿਗੂ ਕਰਦੀ ਟਰੇ ਤੋਂ ਸਾਫ਼ ਦਿਸਦਾ ਸੀ। ਕੁੜੀ ਦੀ ਉਮਰ 16-17 ਸਾਲ ਸੀ। ਪਤਲੀ ਸੁਬਕ ਨਕਸ਼ ਤੇ ਪੀਲਾ ਪਿਆ ਚਿਹਰਾ, ਕਾਲੀਆਂ ਅੱਖਾਂ ਦੀ ਲਿਸ਼ਕ ਪੀੜ ਨਾਲ ਗੰਧਲ ਗਈ ਲੱਗਦੀ ਸੀ। ਪਰ ਜਦੋਂ ਉਸ ਚਿੱਟੀ ਸਾੜੀ ਵਾਲੀ ਗੋਰੀ ਨੇ ਛੋ ਸੁਬਕ ਤੇ ਸੁਨਹਿਰੀ ਫਰੇਮ ਵਾਲੀਆਂ ਐਨਕਾਂ ਲਾਈ ਕੋਲ ਖੜੋਤੀ ਹੀਰਾ ਦੇਵੀ ਨੂੰ ਵੇਖਿਆ ਤਾਂ ਅੱਖਾਂ ਦੀ ਲਿਸ਼ਕ ਜਿਵੇਂ ਸੁਰਜੀਤ ਹੋ ਗਈ। ਪੀਲੇ ਪਏ ਹੱਥ ਉਸ ਉੱਚੇ ਕੀਤੇ ਤੇ ਮੱਥੇ ਨੂੰ ਲਾ ਕੇ ਮਰਨਾਊ ਆਵਾਜ਼ 'ਚ ਸਤਿ ਸ੍ਰੀ ਅਕਾਲ ਕਹਿ ਦਿੱਤੀ। ਹੀਰਾ ਦੇਵੀ ਦੀ ਸਾਰੀ ਆਤਮਾ ਮੋਮਬੱਤੀ ਵਾਂਗ ਪੰਘਰ ਕੇ ਮੱਲੋ ਮੱਲੀ ਅੱਖਾਂ ਵੱਲ ਹੜ ਆਈ। ਪਰ ਉਸ ਐਨ ਵੇਲੇ ਸਿਰ ਮਨ ਕਾਬੂ ਕਰਦਿਆਂ ਹੋਠਾਂ ਤੇ ਮੁਸਕਰਾਹਟ ਲਿਆ ਕੇ ਪੁੱਛਿਆ, ਕੀ ਗੱਲ ਹੈ ਬੀਬੀ? ਦਰਦ ਬਹੁਤ ਹੁੰਦਾ ਰਿਹਾ ਜ਼ਖਮ 'ਚ ਰਾਤ? ਕੁੜੀ ਨੇ ਸਿਰ ਹਿਲਾਇਆ, ਪਰ ਨਾਲ ਦੀ ਨਾਲ ਉਹਦੇ ਪਪੀਸੀਆਂ ਵਰਗੇ ਹੋਠਾਂ ਤੇ ਜੰਮੀ ਸਿੱਕਰੀ ਸਿੱਲੀ ਹੋ ਗਈ ਤੇ ਉਸੇ ਵਾਂਗ ਮੁਸਕਰਾਉਣ ਦਾ ਯਤਨ ਕਰਦਿਆਂ ਬੋਲੀ, ਜੀ ਹੁਣ ਤਾਂ ਘੱਟ ਹੁੰਦਾ, ਪਰ ਜੀ ਲਹੂ ਅਜੇ ਸਿੰਮੀ ਜਾਂਦਾ। ਹੀਰਾ ਦੇਵੀ ਨੇ ਮਲਕੜੇ ਉਸ ਤੋਂ ਰਜਾਈ ਲਾਈ ਤੇ ਹੇਠੋਂ ਕੁੜਤੀ ਬਿਸਤਰੇ ਦੀ ਹਰੀ ਚਾਦਰ ਤੇ ਰਜਾਈ ਦਾ ਖੱਟਾ ਚੰਦਾ ਲਹੂ ਨਾਲ ਭਿੱਜਿਆ ਵੇਖ ਕੇ ਭੈ ਭੀਤ ਹੋ ਗਈ। ਸਿਰ ਨੂੰ ਚੱਕਰ ਜਿਹਾ ਆਉਂਦਾ ਲੱਗਿਆ। ਪਰ ਐਨ ਉਸੇ ਵੇਲੇ ਮੁੜ ਸੰਭਲ ਗਈ। ਪੱਟੀ ਖੋਲੋ, ਉਸ ਪਿਛਾਂਹ ਹਟਦਿਆਂ ਕੰਪਾਊਂਡਰ ਨੂੰ ਹੁਕਮ ਦਿੱਤਾ। ਪਿਛਾਂਹ ਹੋਈ ਤਾਂ ਵੇਖਿਆ ਕੁੜੀ ਦੀ ਮਾਂ ਦੇ ਚਿਹਰੇ ਉੱਤੇ ਪੀੜ ਦੇ ਚਿੰਨ੍ਹ ਲੋਪ ਹੋ ਗਏ ਸੀ। ਉਹਦੀਆਂ ਭਰਵੀਆਂ ਗੱਲਾਂ ਉੱਤੇ ਰੌਂ ਤੇ ਅੱਖਾਂ 'ਚ ਸ਼ੁਕਰਾਨੇ ਦੀ ਹਲੀਮੀ ਸੀ। ਦੋਏ ਹੱਥ ਜੋੜੀ ਖੜੋਤੀ ਧੀਮੀ ਆਵਾਜ਼ 'ਚ ਅਜੇ ਵੀ ਉਹਨੂੰ ਅਸੀਸਾਂ ਦੇ ਰਹੀ ਸੀ, ਜਿਉਂਦੇ ਰਹੋ ਜੀ, ਤੁਹਾਡੇ ਭਾਈ ਜਿਉਣ, ਭਤੀਜੇ ਜਿਉਣ। ਇਹ ਤਾਂ ਜੀ ਕੰਨਿਆ ਕੁਆਰੀ ਦਾ ਪੁੰਨ ਹੈ। ਮੰਗਣਾ ਕੀਤਾ ਵਿਆਹ, ਆ ਕੁਦਰਤ ਨੇ ਵਿੱਚ ਪਤਾ ਨਹੀਂ ਕੀ ਭੰਗਣਾ ਪਾਤੀ। ਬਲਦ ਚੰਦਰਾ ਮਾਰਦਾ ਨਹੀਂ, ਕਰਦਾ ਨਹੀਂ, ਪਰ ਜਿਹੜੀ ਜੀ ਗਰਾਗਤ ਹੋਵੇ, ਅੱਛਾ ਜੀ, ਉਹੀ ਪਾਵੇ ਉਹੀ ਕੱਟੇ। ਹੁਣ ਤੁਸੀਂ ਆ ਗਏ ਹੋ, ਹੱਥ ਲਾਇਆ ਹੀ ਕਸ਼ਟ ਕੱਟਿਆ ਜਾਊ। ਵਿਚਾਰੀ ਕੱਲ੍ਹ ਦੀ ਪੀੜ ਨਾਲ ਬਿੰਨੀ ਪਈ ਆ। ਕੋਈ ਜੀ ਐਸੀ ਦਵਾਈ ਲਾਓ ਜਿਹਦੇ ਨਾਲ ਕੇਰਾਂ ਹੀ ਸ਼ਾਂਤੀ ਆ ਜੇ, ਇਹ 2 ਘੰਟੇ ਸੌਂ ਜੇ। ਨਾ ਜੀ ਬਸ ਫੇਰ ਮੇਰਾ ਮਨ ਵੀ ਟਿਕ ਜੂ, ਤੁਸੀਂ ਜੇ ਕੱਲ੍ਹ ਆ ਜਾਂਦੇ। ਪਰ ਹੀਰਾ ਦੇਵੀ ਨੂੰ ਕੋਈ ਸਮਝ ਨਹੀਂ ਪੈ ਰਹੀ ਸੀ ਕਿ ਉਸ ਤੀਵੀਂ ਦੇ ਇਹਨਾਂ ਸ਼ਬਦਾਂ ਦਾ ਕੀ ਜਵਾਬ ਦੇਵੇ। ਸਿਰਫ ਸਿਰ ਹਿਲਾਉਂਦਿਆਂ ਕੋਈ ਨਹੀਂ ਜੀ, ਭਗਵਾਨ ਭਲੀ ਕਰੂ ਕਹਿੰਦਿਆਂ ਪੱਟੀ ਉਧੇੜਦੇ ਕੰਪਾਊਂਡਰ ਵੱਲ ਵਹਿੰਦੀ ਰਹੀ। ਉਹਦੀਆਂ ਉਂਗਲਾਂ ਕੰਬ ਰਹੀਆਂ ਸਨ। ਜਦੋਂ ਉਹ ਪਿੱਠ ਹੇਠੋਂ ਹੱਥ ਪਾ ਕੇ ਪੱਟੀ ਖਿੱਚਦਾ, ਕੁੜੀ ਪੀੜ ਮੰਨਦਿਆਂ ਤ੍ਰਹਿ ਜਾਂਦੀ।
ਉਹਦੇ ਚਿਹਰੇ ਤੇ ਪੀੜ ਦਾ ਖਿਚਾਅ ਪੈਦਾ ਹੋ ਜਾਂਦਾ। ਮੁੜ ਮੁੜ ਉਹ ਹੀਰਾ ਦੇਵੀ ਵੱਲੋਂ ਵਹਿੰਦੀ, ਜਿਵੇਂ ਉਹ ਤੋਂ ਪੀੜ ਨਿਵਰਤੀ ਲਈ ਸਹਾਇਤਾ ਮੰਗ ਰਹੀ ਹੋਵੇ। ਕੰਪਾਊਂਡਰ ਨੇ ਜਦੋਂ ਪੱਟੀ ਦਾ ਅਖੀਰਲਾ ਲੜ ਉਧੇੜਿਆ ਤਾਂ ਹੇਠ ਰੱਖੀ ਰੂੰ 'ਚੋਂ ਲਹੂ ਸਿੰਮ ਕੇ ਬਾਹਰ ਨਿਕਲਣ ਲੱਗ ਪਿਆ। ਉਹਨੇ ਸੁੱਕੀ ਰੂੰ ਹੋਰ ਲਈ ਤੇ ਪਹਿਲੀ ਲਾਉਣ ਤੋਂ ਬਿਨਾਂ ਉਸ ਉੱਤੇ ਰੱਖਤੀ। ਇਹ ਕੀ? ਹੀਰਾ ਦੇਵੀ ਨੇ ਖਿੱਚ ਕੇ ਕਿਹਾ ਤੇ ਕੰਪਾਊਂਡਰ ਕੋਲੋਂ ਰੂੰ ਫੜਦਿਆਂ ਕੁੜੀ ਤੇ ਝੁਕ ਗਈ। ਪਹਿਲਾਂ ਹੌਲੀ ਹੌਲੀ ਲਹੂ ਦੀ ਭਿੱਜੀ ਰੂੰ ਲਾਈ, ਫਿਰ ਜ਼ਖਮ ਉੱਤੇ ਰੱਖੀ ਦਵਾਈ ਵਾਲੀ ਪੱਟੀ ਪੋਲੀ ਜੀ ਖਿੱਚੀ। ਉਹ ਲਹੂ ਨਾਲ ਭਿੱਜੀ ਹੋਣ ਕਰਕੇ ਆਪੇ ਲੈ ਗਈ। ਆਹ ਲਓ ਜੀ, ਕੰਪਾਊਂਡਰ ਨੇ ਘਬਰਾਈ ਆਵਾਜ਼ 'ਚ ਖੱਟੇ ਰੰਗ ਦੀ ਦਵਾਈ 'ਚ ਭਿੱਜੀ ਖੋਰ ਲੀਰ ਫੜਾਉਂਦਿਆਂ ਇੰਜ ਕਿਹਾ ਜਿਵੇਂ ਹੀਰਾ ਦੇਵੀ ਦੇ ਅਣਜਾਣਪੁਣੇ ਕਰਕੇ ਉਹਨੂੰ ਪੱਟੀ ਠੀਕ ਨਾ ਵੱਜਣ ਦਾ ਡਰ ਹੋਵੇ। ਪਰ ਉਹ ਬਿੱਤਰ ਬਿੱਤਰ ਵਹਿੰਦਾ ਹੈਰਾਨ ਹੋ ਰਿਹਾ ਸੀ ਕਿ ਉਹਨੇ ਸਾਰੇ ਜ਼ਖਮ ਨੂੰ ਸਾਫ਼ ਕਰਕੇ ਉਸ ਉੱਤੇ ਏਡੇ ਗੌਰ ਨਾਲ ਦਵਾਈ ਵਾਲੀ ਪੱਟੀ, ਰੂੰ ਤੇ ਫਿਰ ਪੱਟੀ ਦੂਰੀ ਚੌਰੀ ਕਰਕੇ ਰੱਖੀ, ਜਿਵੇਂ ਉਹ ਚਿਰਾਂ ਤੋਂ ਇਹ ਕੰਮ ਕਰਦੀ ਰਹੀ ਹੋਵੇ। ਕੁੜੀ ਨੇ ਕਈ ਵਾਰ ਕਸੀਸ ਵੱਟੀ, ਇੱਕ ਵਾਰੀ ਉਹਦੀ ਚੀਕ ਵੀ ਨਿਕਲ ਗਈ, ਪਰ ਹੀਰਾ ਦੇਵੀ ਬਿਲਕੁਲ ਨਹੀਂ ਘਬਰਾਈ, ਸਗੋਂ ਉਹਨੂੰ ਬਾਲਾਂ ਵਾਂਗ ਪੁਚਕਾਰਦਿਆਂ ਬਸ ਬਸ ਕਹਿੰਦਿਆਂ ਸਹਿਜ ਭਾਰ ਨਾਲ ਪੱਟੀ ਵਲੇਟਦੀ ਰਹੀ। ਹੁਣੇ ਡਾਕਟਰ ਸਾਹਿਬ ਨੂੰ ਬੁਲਾ ਕੇ ਲਿਆਓ, ਜ਼ਖਮ ਸਿਉਣ ਵਾਲਾ। ਪੱਟੀ ਬੰਨ੍ਹਦਿਆਂ ਉਸ ਕੰਪਾਊਂਡਰ ਨੂੰ ਹੁਕਮ ਦਿੱਤਾ। ਉਹ ਹੋਟਲ ਦੇ ਬਹਿਰਿਆਂ ਵਾਂਗ ਅੱਛਾ ਜਨਾਬ ਕਹਿ ਕੇ ਸਮਾਨ ਵਾਲੀ ਟਰੇ ਚੁੱਕੀ ਬਾਹਰ ਨਿਕਲ ਗਿਆ। ਕੋਈ ਗੱਲ ਨਹੀਂ ਜੀ, ਘਬਰਾਓ ਨਾ, ਬੀਬੀ ਬਿਲਕੁਲ ਠੀਕ ਹੋ ਜਾਏਗੀ, ਉਸ ਕੁੜੀ ਦੀ ਮਾਂ ਨੂੰ ਕਿਹਾ ਤੇ ਫਿਰ ਕੁੜੀ ਵੱਲ ਝਾਕ ਕੇ ਮੁਸਕਰਾਉਂਦਿਆਂ ਬੋਲੀ, ਪੀੜ ਤਾਂ ਨਹੀਂ ਹੋਈ ਬਹੁਤੀ ਬੀਬਾ? ਕੁੜੀ ਨੇ ਪੀੜ ਨਾਲ ਬੱਗੇ ਹੋਏ ਹੋਂਠਾਂ ਤੇ ਮੁਸਕਰਾਹਟ ਲਿਆਉਣ ਦਾ ਯਤਨ ਕਰਦਿਆਂ ਸਿਰ ਹਿਲਾਇਆ ਤੇ ਉਸੇ ਵੇਲੇ ਉਹਦੀਆਂ ਨਤਾਣੀਆਂ ਅੱਖਾਂ ਮਿਚ ਗਈਆਂ, ਧੌਣ ਖੱਬੇ ਪਾਸੇ ਲੁੜਕ ਗਈ। ਜਦੋਂ ਉਹ ਉੱਥੋਂ ਡਿਸਪੈਂਸਰੀ ਵੱਲ ਆਈ ਤਾਂ ਕੁੜੀ ਦੀ ਮਾਂ ਫਿਰ ਅਸੀਸਾਂ ਦਿੰਦੀ ਸੁਣੀ, ਪਰ ਹੀਰਾ ਦੇਵੀ ਨੂੰ ਇੰਝ ਲੱਗਿਆ ਜਿਵੇਂ ਆਵਾਜ਼ ਪਤਾਲ 'ਚੋਂ ਆ ਰਹੀ ਹੋਵੇ। ਵਿਹੜੇ 'ਚੋਂ ਲੰਘਦਿਆਂ ਉਸ ਸਰਸਰੀ ਨਿਗਾਹ ਆਸੇ ਪਾਸੇ ਵੇਖਿਆ, ਉਹ ਬੰਦਾ ਉੱਥੇ ਨਹੀਂ ਸੀ। ਕਈ ਹੋਰ ਕੋਠੜੀਆਂ ਦੇ ਬੂਹੇ ਖੁੱਲ੍ਹ ਗਏ ਸਨ ਤੇ ਉਹਨਾਂ ਅੰਦਰ ਪਏ ਹੋਏ ਮੁਰਦੇ ਹਾਨ ਚਿਹਰਿਆਂ ਵਾਲੇ ਮਰੀਜ਼ਾਂ ਦੇ ਦ੍ਰਿਸ਼ ਮਨ ਤੇ ਉਦਾਸੀ ਤੇ ਦੁੱਖ ਦਾ ਪ੍ਰਭਾਵ ਪਾ ਰਹੇ ਸਨ। ਕੋਠੜੀ ਦੇ ਅੰਦਰ ਆਉਂਦਿਆਂ ਵੇਖਿਆ ਉਹਦੀਆਂ ਖੱਬੇ ਹੱਥ ਦੀਆਂ ਸਾਰੀਆਂ ਉਂਗਲਾਂ ਲਹੂ ਨਾਲ ਲਿਬੜੀਆਂ ਹੋਈਆਂ ਸੀ। ਉਹਨਾਂ ਨੂੰ ਵੇਂਦਿਆਂ ਹੀ ਅਜਿਹੀ ਘਬਰਾਹਟ ਮਹਿਸੂਸ ਹੋਈ ਕਿ ਲੱਤਾਂ 'ਚੋਂ ਸੀਤ ਨਿਕਲ ਗਿਆ। ਪੱਟੀ ਕਰਦਿਆਂ ਉਹਨੂੰ ਕੁੜੀ ਦੇ ਏਡੇ ਵੱਡੇ ਜ਼ਖਮ ਦਾ ਖਿਆਲ ਹੀ ਜਿਵੇਂ ਨਹੀਂ ਸੀ ਆਇਆ, ਪਰ ਹੁਣ ਉਸ ਵਿੱਚੋਂ ਸਿਮ ਦਾ ਲਹੂ ਵੀ ਦਿਸ ਰਿਹਾ ਸੀ ਤੇ ਇਹ ਦ੍ਰਿਸ਼ ਅਸਹਿ ਸੀ। ਸਾਬਣ ਨਾਲ ਹੱਥ ਧੋਣ ਲੱਗੀ ਤਾਂ ਗਿਜਗਿਜੀ ਸਾਬਣ ਹੱਥੋਂ ਛੁੱਟ ਕੇ ਹੇਠ ਡਿੱਗ ਪਈ, ਘਸੀਆਂ ਇੱਟਾਂ ਉੱਤੇ ਜੰਮੇ ਗੰਦੇ ਰੇਤੇ ਵਿੱਚ ਲਿਬੜ ਗਈ। ਮੁੜ ਕੇ ਚੁੱਕਣ ਨੂੰ ਦਿਲ ਨਹੀਂ ਕੀਤਾ। ਉਸੇ 2 ਉਂਗਲਾਂ ਤੇ ਲੱਗੇ ਭੋਰਾਕੂ ਸਾਬਣ ਨਾਲ ਮਲ ਮਲ ਕੇ ਉਂਗਲਾਂ ਸਾਫ਼ ਕੀਤੀਆਂ, ਪਰ ਲਹੂ ਦੇ ਦਾਗ ਚੰਗੀ ਤਰ੍ਹਾਂ ਸਾਫ਼ ਨਹੀਂ ਹੋਏ। ਹੱਥ ਪੂੰਝਣ ਲਈ ਲੱਕੜ ਦੀ ਕੀਲੀ ਤੇ ਟੰਗੇ ਤੌਲੀ ਵੱਲ ਵਹਿੰਦਿਆਂ ਉਹਨੂੰ ਹੱਥ ਲਾਉਣ ਨੂੰ ਵੀ ਦਿਲ ਨਹੀਂ ਸੀ ਕਰਦਾ। ਅਜਿਹੇ ਪਾਟੇ ਤੇ ਮੈਲੇ ਤੌਲੀਏ ਸਿਰਫ ਦੂਰੋਂ ਢਾਬਿਆਂ ਵਾਲਿਆਂ ਦੇ ਹੀ ਟੰਗੇ ਵੇਖੇ ਸੀ। ਸੂਗ ਆਈ ਤੇ ਫਿਰ ਉਸ ਹੱਥ ਆਪਣੀ ਸਾੜੀ ਦੇ ਪੱਲੇ ਨਾਲ ਹੀ ਪੂੰਝ ਲਏ। ਭਰਾ ਜੀ ਆ ਗਏ ਸਨ। ਉਹਨਾਂ ਦੇ ਚਿਹਰੇ ਉੱਤੇ ਅਕੇਵੇਂ ਤੇ ਖਿਝਦੀਆਂ ਉੱਭਰੀਆਂ ਲੀਕਾਂ ਉਸ ਦੂਰੋਂ ਹੀ ਵੇਖ ਲਈਆਂ। ਉਹਨਾਂ ਦੇ ਮਗਰ ਹੀ ਉਹ ਸਵੇਰ ਵਾਲਾ ਬੰਦਾ ਵੀ ਆ ਰਿਹਾ ਸੀ। ਉਹਦਾ ਉੱਪਰਾ ਜਿਹਾ ਚਿਹਰਾ ਹੁਣ ਹੋਰ ਵੀ ਡਰਾਉਣਾ ਲੱਗਦਾ ਸੀ। ਤੂੰ ਚੱਲ ਬਈ, ਆ ਬੈਗ ਲੈ ਚੱਲ ਅੰਦਰ। ਭਰਾ ਜੀ ਨੇ ਉਹਨੂੰ ਬੈਗ ਫੜਾਉਂਦਿਆਂ ਖਿਝੀ ਆਵਾਜ਼ 'ਚ ਕਿਹਾ ਤੇ ਸਿੱਧੇ ਹੀਰਾ ਦੇਵੀ ਕੋਲ ਆ ਗਏ। ਇਹ ਠੀਕ ਨਹੀਂ ਬੀਬੀ, ਉਹਨਾਂ ਕੋਟ ਦੀਆਂ ਜੇਬਾਂ 'ਚ ਹੱਥ ਪਾਈ ਖੜੋਤਿਆਂ ਕਿਹਾ। ਤੈਨੂੰ ਦੱਸ ਕੇ ਇੱਥੇ ਆਉਣਾ ਚਾਹੀਦਾ ਸੀ, ਨਾਲੇ ਜੇ ਤੂੰ ਬਜ਼ਿੱਦ ਸੀ ਤਾਂ ਕਲੀਨਿਕ ਆ ਜਾਣਾ ਸੀ, ਉੱਥੇ ਬੜਾ ਕੰਮ ਹੈ, ਇੱਥੇ ਦਾ ਕੰਪਾਊਂਡਰ ਵੀ ਕੰਮ ਸਾਰ ਲੈਂਦੇ। ਪਰ ਹੀਰਾ ਦੇਵੀ ਜੀ ਨੂੰ ਭਰਾ ਜੀ ਦੀ ਕੋਈ ਗੱਲ ਜਿਵੇਂ ਸਮਝ ਨਹੀਂ ਸੀ ਪਈ। ਉਹਨਾਂ ਦੀ ਇਸ ਖਿਝ ਦਾ ਕਾਰਨ ਵੀ ਸਮਝ ਨਹੀਂ ਸੀ ਆ ਰਿਹਾ। ਜਦੋਂ ਕਿੰਨੇ ਦਿਨ ਪਹਿਲਾਂ ਹੀ ਗੱਲ ਹੋ ਚੁੱਕੀ ਸੀ ਤੇ ਅੱਜ ਉਹ ਇਉਂ ਕਿਉਂ ਬੋਲਦੇ ਸੀ। ਪਰ ਇਹ ਸਭ ਗੱਲਾਂ ਉਹਨੂੰ ਇੱਕਦਮ ਵਿਸਰ ਗਈਆਂ ਤੇ ਉਹਨਾਂ ਦੀ ਗੱਲ ਦਾ ਧਿਆਨ ਕੀਤੇ ਬਿਨਾਂ ਉੱਠ ਕੇ ਖੜੀ ਹੁੰਦਿਆਂ ਬੋਲਿਆ, ਆਓ ਤੁਸੀਂ ਪਹਿਲਾਂ ਉਸ ਕੁੜੀ ਦਾ ਜ਼ਖਮ ਸਿਉਂਦੇ ਹੋ ਟੀਕਾ ਲਾ ਕੇ, ਨਹੀਂ ਤਾਂ ਵਿਚਾਰੀ ਜਾਈ ਮਰ ਜਾਏਗੀ। ਬੜੀ ਚੰਗੀ ਹੈ, ਜ਼ਖਮ 'ਚੋਂ ਰਾਤ ਦਾ ਖੂਨ ਹੀ ਬੰਦ ਨਹੀਂ ਹੋਇਆ। ਪਰ ਭਰਾ ਜੀ ਤਾਂ ਜਿਵੇਂ ਬੂਹੇ 'ਚ ਉਹਦਾ ਰਾਹ ਰੋਕੀ ਖੜੋਤੇ ਸੀ। ਉਹਨਾਂ ਨੂੰ ਕੁੜੀ ਦੇ ਜ਼ਖਮ ਦੀ ਗੱਲ ਸੁਣ ਕੇ ਕੋਈ ਅਹਿਸਾਸ ਨਹੀਂ ਸੀ ਹੋਇਆ। ਚਿਹਰਾ ਉਵੇਂ ਤਣਿਆ ਸੀ। ਹੀਰਾ ਦੇਵੀ ਨੇ ਬੜੀ ਹੈਰਾਨੀ ਨਾਲ ਉਹਨਾਂ ਵੱਲ ਵੇਖਿਆ ਤੇ ਫਿਰ ਅਤਾ ਸਖਤੇਰੀ ਆਵਾਜ਼ 'ਚ ਬੋਲੀ, ਤੁਹਾਨੂੰ ਇਹਨਾਂ ਲੋਕਾਂ ਦੀ ਪੀੜ ਦੀ ਬਸ ਇੰਨੀ ਕੋਈ ਚਿੰਤਾ ਹੁੰਦੀ ਹੈ? ਭਰਾ ਜੀ ਦਾ ਚਿਹਰਾ ਹੋਰ ਤਣਿਆ ਗਿਆ। ਉਹ ਉਪਰੀ ਨਿਗਾਹ ਉਸ ਵੱਲ ਝਾਕਦਿਆਂ ਬੋਲੇ, ਇਹਨਾਂ ਲੋਕਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਹਨਾਂ ਦੀ ਪੀੜ ਦਾ ਇਲਾਜ ਵੀ ਮੈਨੂੰ ਪਤਾ ਹੈ। ਤੂੰ ਘਰ ਚਲੀ ਜਾ, ਅਜੇ ਤੇਰੀ ਸਿਹਤ ਚੰਗੀ ਤਰ੍ਹਾਂ ਠੀਕ ਨਹੀਂ ਹੋਈ, ਕਿਤੇ ਫਿਰ ਹੋਰ ਨਾ ਦੁਬਾਰਾ ਬਿਮਾਰ ਹੋ ਕੇ ਪੈ ਜਾਈਂ। ਇੱਥੇ ਕਈ ਇਨਫੈਕਸ਼ਨ ਦੀਆਂ ਬਿਮਾਰੀਆਂ ਵਾਲੇ ਮਰੀਜ਼ ਵੀ ਪਏ ਆ। ਭਰਾ ਜੀ ਦੀ ਇਹ ਗੱਲ ਜਿਵੇਂ ਸੂਈ ਵਾਂਗ ਅੰਦਰ ਪੁੜ ਗਈ। ਇੱਕਦਮ ਕ੍ਰੋਧ ਭੜਕ ਪਿਆ ਤੇ ਸਾਰੇ ਗੰਦੇ ਆਲੇ ਦੁਆਲੇ ਦੇ ਜ਼ਿੰਮੇਵਾਰ ਹੋਣ ਦੇ ਨਾਲ ਨਾਲ ਭਰਾ ਜੀ ਨਿਰਦਈ ਵੀ ਜਾਪਣ ਲੱਗ ਪਏ। ਉਹਨੂੰ ਅਜਿਹੀ ਚੀਹ ਚੜੀ ਕਿ ਮੁੜ ਬੈਂਚ 'ਤੇ ਬੈਠਦਿਆਂ ਇੰਨੇ ਹੀ ਕਹਿ ਸਕੀ, ਤੁਸੀਂ ਮੈਨੂੰ ਬੱਚਿਆਂ ਵਾਂਗ ਸਿੱਖਿਆ ਨਹੀਂ ਦੇ ਸਕਦੇ। ਭਰਾ ਜੀ ਜਿਵੇਂ ਨੀਂਦੋਂ ਜਾਗੇ ਹੋਣ। ਉਹਨਾਂ ਨੂੰ ਹੀਰਾ ਦੇਵੀ ਦੇ ਸੁਭਾਅ ਦਾ ਚੰਗੀ ਤਰ੍ਹਾਂ ਪਤਾ ਸੀ।
ਅਜਿਹੀ ਗਲਤੀ ਉਹ ਘੱਟ ਹੀ ਕਦੇ ਕਰਦੇ ਸਨ ਜਿਸ ਸਦਕਾ ਉਹਦਾ ਮਨ ਦੁਖੀ ਹੋਵੇ। ਪਰ ਅੱਜ ਜਿਵੇਂ ਤੇ ਜਿਹੜੇ ਸ਼ਬਦ ਉਹ ਬੋਲ ਗਏ ਸਨ, ਉਹਨਾਂ ਦਾ ਅਹਿਸਾਸ ਬੜਾ ਪਛੜ ਕੇ ਹੋਇਆ। ਨਹੀਂ, ਮੇਰਾ ਇਹ ਭਾਵ ਨਹੀਂ ਸੀ। ਚਿਹਰੇ ਦਾ ਤਣਾਅ ਢਿੱਲਾ ਕਰਦਿਆਂ ਉਹਨਾਂ ਆਵਾਜ਼ ਨਰਮ ਕਰਕੇ ਕਿਹਾ, ਮੈਂ ਸਿਰਫ ਇਹ ਕਿਹਾ ਸੀ ਕਿ ਅਜੇ ਇੱਥੇ ਕੋਈ ਠੀਕ ਪ੍ਰਬੰਧ ਨਹੀਂ ਹੋਇਆ, ਇਸ ਕਰਕੇ ਤੂੰ ਕਲੀਨਿਕ 'ਤੇ ਕੁਝ ਚਿਰ ਕੰਮ ਕਰਨਾ ਚਾਹੇ ਤਾਂ ਠੀਕ ਹੈ। ਨਾਲੇ ਮੇਰੀ ਨਿਗਰਾਨੀ 'ਚ ਤੈਨੂੰ ਕੰਮ ਚੰਗੀ ਤਰ੍ਹਾਂ ਕਰਨਾ ਆ ਜਾਣਾ ਹੈ। ਇੱਥੇ ਕੰਪਾਊਂਡਰ ਵੀ ਅਨਟ੍ਰੇਨਡ ਹੈ, ਸੋ ਠੀਕ ਨਹੀਂ। ਮੈਨੂੰ ਵੀ ਪਤਾ ਹੈ ਕਿ ਠੀਕ ਹੈ ਕਿ ਕੀ ਠੀਕ ਹੈ ਕੀ ਨਹੀਂ। ਤੁਸੀਂ ਆਪਣਾ ਕੰਮ ਕਰੋ। ਹੀਰਾ ਦੇਵੀ ਦਾ ਕ੍ਰੋਧ ਹੋਰ ਵੱਧ ਗਿਆ। ਭਰਾ ਜੀ ਹੋਠਾਂ ਵਿੱਚ ਹੀ ਮੁਸਕਰਾਏ ਤੇ ਫਿਰ ਨਿੱਕਾ ਜਿਹਾ ਕਹਿ ਕੇ ਹਾਂ ਮਾਰ ਕੇ ਬੋਲੇ, ਬਸ ਤੇਰੀ ਆਹ ਆਦਤ ਨਹੀਂ ਜਾਣੀ ਸਾਰੀ ਉਮਰ। ਬੀਬੀ ਆ ਬੱਚਿਆਂ ਵਾਲੀ, ਅੱਛਾ ਆ ਮੇਰੇ ਨਾਲ ਜ਼ਖਮ ਦੀ ਸਿਲਾਈ ਕਰਵਾਈ। ਤੇ ਉਹਨਾਂ ਹੱਸਦਿਆਂ ਉਹਨੂੰ ਬਾਹੋਂ ਫੜ ਕੇ ਉਠਾ ਲਿਆ। ਪਰ ਹੀਰਾ ਦੇਵੀ ਦਾ ਮਨ ਜਿਹੜੀਆਂ ਸੋਚਾਂ 'ਚ ਡੁੱਬ ਗਿਆ ਸੀ, ਉਹਨਾਂ 'ਚੋਂ ਇੰਨੀ ਸੌਖਿਆਂ ਨਿਕਲ ਨਹੀਂ ਸੀ ਸਕਦਾ। ਉਹਨੂੰ ਇਹ ਲੋਕ, ਇਹ ਅਨਰਥ, ਇਹ ਪੀੜ ਅਤ ਅਪਵਿੱਤਰ, ਅਧਾਰਮਿਕ ਤੇ ਘ੍ਰਿਣਤ ਲੱਗਦੀ ਸੀ। ਆਤਮਾ ਇਸ ਸਭ ਕਾਸੇ ਨਾਲ ਪੱਛੀ ਗਈ ਸੀ। ਇਸ ਲਈ ਉੱਠ ਕੇ ਉਹਨਾਂ ਨਾਲ ਤੁਰਦਿਆਂ ਵੀ ਮਨ ਕੁਝ ਉਤਸ਼ਾਹਹੀਣ ਸੀ। ਤੇ ਅਗਲੇ ਦਿਨ ਵੀ ਜਦੋਂ ਮੰਦਰੋਂ ਪਿਛਲੇ ਦਿਨ ਨਾਲੋਂ ਸਵਖਤੇ ਕੀਰਤਨ ਦਾ ਭੋਗ ਪਾ ਕੇ ਤੁਰਨ ਲੱਗੀ ਤਾਂ ਮਨ ਫਿਰ ਅਸ਼ਾਂਤ ਹੋ ਉੱਠਿਆ। ਇੱਕ ਵਾਰ ਸੁੱਤੇ ਸੁਭਾਈ ਚੁਬਾਰੇ ਤੇ ਜਾ ਚੜੀ, ਪਰ ਦੋਹਾਂ ਬੂਹਿਆਂ ਨੂੰ ਜੰਦਰੇ ਵੱਜੇ ਵੇਖ ਕੇ ਉਹਨੀ ਪੈਰੀਂ ਪਰਤ ਆਈ। ਵਾਹੋਦਾਈ ਹਸਪਤਾਲ ਵੱਲ ਤੁਰਿਆਂ ਜਾਂਦਿਆਂ ਮਨ ਏਡਾ ਕਾਹਲਾ ਪਿਆ ਹੋਇਆ ਸੀ ਕਿ ਉਹਦੀ ਅਸਾਧਾਰਨ ਤੋਰ ਵੇਖ ਕੇ ਗਲੀ ਮੁਹੱਲੇ ਦੇ ਉਹਨਾਂ ਲੋਕਾਂ ਵਿੱਚੋਂ ਕਿਸੇ ਦਾ ਉਹਨੂੰ ਬੁਲਾਉਣ ਦਾ ਹੌਸਲਾ ਵੀ ਨਹੀਂ ਸੀ ਪਿਆ, ਜਿਹੜੇ ਰੋਜ਼ ਨਮਸਕਾਰ ਬੁਲਾਉਣਾ ਆਪਣਾ ਨਿਤਨੇਮ ਸਮਝਦੇ ਸੀ। ਹਸਪਤਾਲ ਪਹੁੰਚੀ ਤਾਂ ਕੱਲ੍ਹ ਵਾਲੀ ਕੁੜੀ ਤਕੜੀ ਹੋ ਗਈ ਲੱਗੀ। ਉਹਦੀ ਮਾਂ ਜਿਉਂ ਸੀਸਾਂ ਦੇਣ ਲੱਗੀ ਚੁੱਪ ਹੀ ਨਹੀਂ ਕੀਤੀ। ਚਿੱਤੋਂ ਕਿਸੇ ਕੂੜੇ ਆਨੰਦ ਦਾ ਅਨੁਭਵ ਹੁੰਦਿਆਂ ਵੀ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਇਸ ਲਈ ਨਿਮਰਤਾ ਨਾਲ ਰੋਕਤਾ, ਭਗਵਾਨ ਦਾ ਨਾਂ ਲਓ ਜੀ, ਸਭ ਉਹ ਕਰਨ ਵਾਲਾ ਹੈ, ਬੰਦੇ ਨੂੰ ਤਾਂ ਬਸ ਐਵੇਂ ਜਸ ਮਿਲਣਾ ਹੁੰਦਾ ਹੈ। ਉਹ ਵੀ ਜੀ ਕਿਹੜਾ ਆਪ ਆ ਕੇ ਕੁਛ ਕਰਦਾ, ਕਿਸੇ ਨੇ ਵੇਖਿਆ ਹੈ, ਬੰਦਿਆਂ ਦਾ ਹੀ ਰੂਪ ਧਾਰ ਕੇ ਆਉਂਦਾ। ਹੁਣ ਖਬਰੇ ਤੁਹਾਡੇ ਰੂਪ 'ਚ ਹੀ ਆਇਆ ਮੇਰੀ ਧੀ ਨੂੰ ਬਚਾਉਣ। ਪਰ ਲੋਕ ਤਾਂ ਜਵਾਨ ਧੀਆਂ ਦਾ ਕਦੇ ਐਡਾ ਖਿਆਲ ਨਹੀਂ ਕਰਦੇ। ਰਤਾ ਹੱਸ ਕੇ ਹੀਰਾ ਦੇਵੀ ਨੇ ਸ਼ਾਇਦ 10 ਵਰ੍ਹਿਆਂ ਪਿੱਛੋਂ ਅਜਿਹੀ ਰਤਾ ਮਖੌਲ ਵਰਗੀ ਕੋਈ ਗੱਲ ਮੂੰਹੋਂ ਕੱਢੀ ਸੀ। ਆਪਣੇ ਤਾਂ ਕਹਿੰਦੇ ਹੁੰਦੇ ਆ ਕਿ ਜਵਾਨ ਧੀ ਭਾਗਾਂ ਵਾਲੇ ਦੀ ਮਰਦੀ ਹੈ। ਉਹ ਤਾਂ ਜੀ ਠੀਕ ਹੈ, ਪਰ ਮੇਰੇ ਕੋਲ ਤਾਂ ਜੀ ਸਭ ਕੁਝ ਇਹੋ ਹੀ ਹੈ। 4 ਹੋਏ ਸੀ ਹੀਰਿਆਂ ਵਰਗੇ, ਚਾਰੇ ਵਿਹੜੇ 'ਚ ਪੈੜਾਂ ਕਰਨੋਂ ਪਹਿਲਾਂ ਤੁਰ ਗਏ। ਉਹਦੇ ਭਾਣੇ ਦਾ ਕੋਈ ਪਤਾ ਲੱਗਦਾ ਬੀਬੀ? ਇਹ ਸੰਸਾਰ ਦੇ ਲੋਕਾਂ ਦੀ ਦਰਦ ਕਥਾ ਏਡੀ ਲੰਮੀ ਵੀ ਹੋ ਸਕਦੀ ਹੈ, ਇਹਦਾ ਅਹਿਸਾਸ ਹੀਰਾ ਦੇਵੀ ਦੇ ਚਿਹਰੇ ਨੂੰ ਮੁੜ ਗ੍ਰਹਿਣਨ ਲੱਗ ਪਿਆ। ਉਹਨੂੰ ਉਸੇ ਵੇਲੇ ਸ਼ਿਵਾਂ ਦਾ ਤਾਂਡਵ ਰੂਪ ਚੇਤੇ ਆਇਆ। ਵਿਸ਼ ਦਾ ਭਰਿਆ ਸੰਖ ਉਹਨਾਂ ਦੇ ਹੋਠਾਂ ਨਾਲ ਲੱਗਿਆ ਦਿਸਿਆ, ਜਿਵੇਂ ਉਹ ਸੰਸਾਰ ਦਾ ਸਾਰਾ ਦੁੱਖ ਦਰਦ ਡੀਕੀ ਜਾ ਰਹੇ ਹੋਣ, ਯੁਗਾਂ ਤੋਂ ਪਰ ਇਹ ਖਤਮ ਨਾ ਹੋ ਰਿਹਾ ਹੋਵੇ। ਮਨ ਉੱਪਰੇ ਵਹਿਣਾਂ 'ਚ ਵਹਿ ਤੁਰਿਆ, ਚਿੱਤ ਉਦਾਸ ਹੋ ਗਿਆ ਜਾਪਿਆ। ਪਰ ਜਦੋਂ ਕੁੜੀ ਦੀ ਪੱਟੀ ਕਰਦਿਆਂ ਜ਼ਖਮ ਕੱਲ੍ਹ ਨਾਲੋਂ ਠੀਕ ਹੋਇਆ ਦਿਸਿਆ ਤੇ ਲਹੂ ਵੀ ਮਾਮੂਲੀ ਸਿਮਿਆ ਤਾਂ ਚਿਹਰੇ ਤੇ ਮੁੜ ਤਸੱਲੀ ਦੇ ਚਿੰਨ੍ਹ ਉੱਗੜ ਆਏ। ਫਿਰ ਉਸੇ ਦਿਨ ਹੀ ਉਹ ਡਿਸਪੈਂਸਰੀ ਦਾ ਸਾਰਾ ਸਮਾਨ ਬਦਲਵਾ ਦਿੱਤਾ। ਭਰਾ ਜੀ ਨੂੰ ਕਹਿ ਕੇ ਸਭ ਪੁਰਾਣਾ ਸਮਾਨ ਚੁਕਵਾ ਕੇ ਨਵਾਂ ਮੰਗਵਾ ਲਿਆ। ਉਹ ਕੋਈ ਉਜਰ ਨਹੀਂ ਕਰ ਸਕੇ। ਉਸੇ ਦਿਨ ਉਹਨੇ ਰਾਜ ਵੀ ਸੱਦ ਲਿਆ। ਇਸ ਨਰਕ ਕੁੰਡ ਦੀ ਮੁਰੰਮਤ ਦੀ ਪੱਕੀ ਵਿਉਂਤ ਬਣਾ ਲਈ। ਅਗਲੇ ਦਿਨ ਹੀ ਕੰਮ ਸ਼ੁਰੂ ਕਰਵਾਉਣ ਦਾ ਵੀ ਫੈਸਲਾ ਕਰ ਲਿਆ। ਕੰਮ ਤਾਂ ਸ਼ੁਰੂ ਹੋ ਗਿਆ, ਪਰ ਭਰਾ ਜੀ ਨਾਰਾਜ਼ ਹੋ ਗਏ। ਹੀਰਾ ਦੇਵੀ ਨੂੰ ਸਮਝ ਨਹੀਂ ਪੈ ਰਹੀ ਸੀ ਕਿ ਉਹਨਾਂ ਦੀ ਬੇਰੁਖੀ ਦਾ ਕਾਰਨ ਕੀ ਸੀ। ਪਰ ਕੰਮ ਚੱਲਦਾ ਰਿਹਾ। ਹੌਲੀ ਸਾਰੀਆਂ ਕੋਠੜੀਆਂ ਮੁਰੰਮਤ ਹੋ ਗਈਆਂ, ਪਰ ਇੱਕ ਡਿਸਪੈਂਸਰੀ ਵਾਲੀ ਨੂੰ ਛੱਡ ਕਿਸੇ ਅੰਦਰ ਭਰਾ ਜੀ ਨੇ ਨਾ ਫਰਸ਼ ਲਵਾਉਣ ਦਿੱਤਾ ਤੇ ਨਾ ਪਲਸਤਰ ਕਰਾਉਣ ਦਿੱਤਾ। ਇਹੀ ਆਖੀ ਗਏ ਕਿ ਫੇਰ ਕਰਵਾ ਲਾਂਗੇ, ਹੁਣ ਟੁੱਟੀਆਂ ਭੱਜੀਆਂ ਫਰਸ਼ਾਂ ਕੰਧਾਂ ਵੀ ਮੁਰੰਮਤ ਕਰਵਾ ਲਈਏ। ਅਜੀਬ ਗੱਲ ਇਹ ਸੀ ਕਿ ਨਾ ਕੋਠੜੀਆਂ ਵਿੱਚੋਂ ਕਿਸੇ ਵਿੱਚ ਨਾ ਬਿਜਲੀ ਸੀ, ਨਾ ਕਮਰੇ ਦਾ ਪਾਣੀ ਨਿਕਲਣ ਨੂੰ ਕਿਧਰੇ ਕੋਈ ਥਾਂ ਸੀ। ਛੱਤਾਂ ਸਭ ਚੌਂਦੀਆਂ ਸੀ, ਕੰਧਾਂ ਨੂੰ ਰੇਹੀ ਲੱਗੀ ਹੋਈ ਸੀ। ਇਹਨਾਂ ਨੇ ਤਾਂ ਸਾਲ ਭਰ ਵੀ ਨਹੀਂ ਸੀ ਕੱਟਣਾ। ਇਹ ਭਰਾ ਜੀ ਤਾਂ ਫੇਰ ਤੋਂ ਕੀ ਮਤਲਬ ਸੀ? ਭਰਾ ਜੀ ਇਹ ਕੋਈ ਹਸਪਤਾਲ ਹੈ? ਇੱਕ ਦਿਨ ਉਹਨੇ ਖਿੱਝ ਕੇ ਕਿਹਾ, ਇਹ ਤਾਂ ਨਰਕੋਂ ਵੀ ਭੈੜਾ ਹੈ, ਇੱਥੇ ਕੋਈ ਬਿਮਾਰ ਰਾਜੀ ਕਿਵੇਂ ਹੋ ਸਕਦਾ? ਪਰ ਉਸ ਵੇਖਿਆ ਭਰਾ ਜੀ ਦੀਆਂ ਅੱਖਾਂ ਇੱਕਦਮ ਰੀਠਿਆਂ ਦੀਆਂ ਗਿਟਕਾਂ ਵਾਂਗ ਕਰੜੀਆਂ ਹੋ ਗਈਆਂ ਸੀ। ਕੁਰਖਤ ਆਵਾਜ਼ 'ਚ ਬੋਲੇ, ਮਰੀਜ਼ ਕਿਹੜਾ ਇੱਥੇ ਅੰਗਰੇਜ਼ ਆਉਂਦੇ ਆ? ਇਹ ਲੋਕ ਇਹਨਾਂ ਕੋਠੜੀਆਂ ਵਿੱਚ ਵੀ ਗੰਦ ਖਿਲਾਰ ਜਾਂਦੇ ਆ, ਫਰਸ਼ ਦੀਆਂ ਇੱਟਾਂ ਵੀ ਉਖਾੜ ਜਾਂਦੇ ਆ। ਐਵੇਂ ਨਹੀਂ ਆਦਰਸ਼ਵਾਦੀ ਬਣੀਦਾ ਬੀਬੀ, ਜੋ ਹੈ ਸਭ ਠੀਕ ਹੈ। ਉਹ ਹੈਰਾਨ ਹੋਈ ਉਹਨਾਂ ਦੇ ਮੂੰਹ ਵੱਲ ਵਹਿੰਦੀ ਰਹਿ ਗਈ। ਅਜਿਹੇ ਸ਼ਬਦ ਉਹ ਆਪਣੇ ਉਸ ਭਰਾ ਦੇ ਮੂੰਹੋਂ ਸੁਣ ਰਹੀ ਸੀ ਜੋ ਇਲਾਕੇ ਦੇ ਮਸ਼ਹੂਰ ਡਾਕਟਰ ਸਨ। ਉਹ ਲੋਕਾਂ ਦਾ, ਧਰਮ ਦਾ, ਸੇਵਾ ਭਾਵ ਦਾ ਨਿਰਾਦਰ ਕਰਦੇ ਜਾਪੇ, ਪਰ ਬੋਲ ਕੁਛ ਨਹੀਂ ਸਕੇ।
ਉਸੇ ਦਿਨ ਆਪਣੇ ਪਰਮ ਈਸ਼ਵਰ ਭਗਵਾਨ ਸਾਹਮਣੇ ਜਾ ਕੇ ਪ੍ਰਣ ਲਿਆ। ਉਂਝ ਹੀ ਮਨ ਪੱਕਾ ਕਰ ਲਿਆ ਜਿਵੇਂ ਮੰਦਰ ਦੀ ਉਸਾਰੀ ਵੇਲੇ ਕੀਤਾ ਸੀ। ਉਹਨੂੰ ਵਿਸ਼ਵਾਸ ਸੀ ਕਿ ਭਗਵਾਨ ਉਹਦੇ ਅੰਗ ਸੰਗ ਹੋ ਕੇ ਕੀਤੇ ਪ੍ਰਣ ਨੂੰ ਸਿਰੇ ਚੜਾਉਣ 'ਚ ਉਹਦੀ ਮਦਦ ਕਰਨਗੇ। ਨਗਰ 'ਚ ਕਈ ਵੱਡੇ ਵੱਡੇ ਧਰਮੀ ਸੇਠ ਸਨ ਜਿਹੜੇ ਅਜਿਹੇ ਧਰਮ ਕਾਰਜਾਂ ਲਈ ਹਜ਼ਾਰਾਂ ਦਾ ਦਾਨ ਸੌਖ ਨਾਲ ਦੇ ਸਕਦੇ ਸਨ। ਅਗਲੇ ਦਿਨ ਉਹ ਸਭ ਤੋਂ ਪਹਿਲਾਂ ਮੰਡੀ ਦੇ ਉੱਘੇ ਦਾਨੀ ਸੇਠ ਕ੍ਰਿਸ਼ਨ ਲਾਲ ਦੇ ਘਰ ਗਈ। ਖਿਆਲ ਸੀ ਉਹਨਾਂ ਨਾਲ ਸਲਾਹ ਕਰਨ ਪਿੱਛੋਂ ਉਹਨੂੰ ਹੋਰ ਕਿਧਰੇ ਜਾਣ ਦੀ ਲੋੜ ਸ਼ਾਇਦ ਪਵੇ ਨਾ। ਸੇਠ ਜੀ ਦੇ ਘਰ ਵੀ ਉਹਦਾ ਪੂਰਾ ਸਤਿਕਾਰ ਸੀ। ਸਠਾਣੀਆਂ ਕਥਾ 'ਚ ਤੇ ਵੱਡੇ ਸਮਾਗਮਾਂ ਦੇ ਮੌਕਿਆਂ 'ਤੇ ਮੰਦਰ ਵੀ ਆਇਆ ਕਰਦੀਆਂ ਸਨ। ਦਾਨ ਵੀ ਖੁੱਲ੍ਹੇ ਦਿਲ ਨਾਲ ਦਿੰਦੀਆਂ ਸੀ। ਉਹ ਗਈ ਤਾਂ ਸੇਠ ਜੀ ਆਪਣੇ ਪੂਜਾ ਵਾਲੇ ਕਮਰੇ 'ਚ ਬੈਠੇ ਸੀ। ਵੱਡੀ ਸਠਾਣੀ ਨੂੰ ਨਾਲ ਲੈ ਕੇ ਅੰਦਰ ਗਈ। ਸੇਠ ਜੀ ਨੇ ਉਹਨੂੰ ਵਹਿੰਦਿਆਂ ਹੀ ਹੱਥ ਜੋੜੇ ਉੱਠ ਖੜੋਤੇ। ਆਪਣੇ ਕੰਨ ਤੋਂ ਖਿਸਕ ਰਹੇ ਜਨੇਊ ਨੂੰ ਵਲੇਟਾ ਦਿੰਦਿਆਂ ਰਤਾ ਮੁਸਕਰਾ ਕੇ ਆਪਣੇ ਮੋਟੇ ਹੋਠਾਂ ਨੂੰ ਕੁੱਟਾ ਜਿਹਾ ਮਰੋੜਦਿਆਂ ਬੋਲੇ, आओ बहन जी, सुबह सुबह हमारा घर कैसे पवित्र किया। और तो सब कुशल मंगल है ना। सब भगवान की किरपा है जी। मैं तो जी एक काम आई हाँ ਤੁਹਾਡੇ ਕੋਲ। ਉਸ ਸਾਹਮਣੇ ਆਲੇ ਵਿੱਚ ਲਾਲ ਪਰਦੇ ਪਿੱਛੇ ਰੱਖੀਆਂ ਕੁਝ ਪਿੱਤਲ ਦੀਆਂ ਮੂਰਤੀਆਂ ਵੱਲ ਸਿਰ ਝੁਕਾ ਕੇ ਗੱਦੇ ਤੇ ਬੈਠਦਿਆਂ ਹੀਰਾ ਦੇਵੀ ਨੇ ਕਿਹਾ। ਪਰ ਫਿਰ ਗੱਲ ਸਾਰੀ ਵੱਡੀ ਸਠਾਣੀ ਨੇ ਸੇਠ ਜੀ ਨੂੰ ਦੱਸੀ। ਇਕੱਠੇ ਬਣਾਓਗੇ? ਸੇਠ ਜੀ ਨੇ ਗੰਭੀਰ ਹੁੰਦਿਆਂ ਕੰਧ ਨਾਲ ਲੱਗੇ ਗੌਤਮ ਤਕੀਏ ਉੱਤੇ ਲੇਟਦਿਆਂ ਕਿਹਾ, ਆਪ ਹੀ ਬਣਾਓਗੇ ਕਿ ਕੋਈ ਹੋਰ? ਆਪ ਹੀ ਬਣਾਵਾਂਗੀ ਸੇਠ ਜੀ। ਆਪਣੇ ਸੇਠਾਂ ਦਾ ਹੱਥ ਹੈ ਨਾ, ਉੱਥੇ ਹੀ ਸਲਾਹ ਹੈ। ਉਹਨੂੰ ਢਾਹ ਕੇ ਨਵਾਂ ਬਣਾਵਾਂਗੇ। ਪਰ ਜੇ ਕਮੇਟੀ ਤੋਂ ਥਾਂ ਮਿਲ ਗਈ ਤਾਂ ਫਿਰ ਕਿਧਰੇ ਬਾਹਰ ਖੁੱਲ੍ਹੀ ਥਾਂ ਵੀ ਬਣ ਸਕਦਾ ਹੈ। ਤੁਹਾਨੂੰ ਪਤਾ ਸਾਡੇ ਸਰਕਾਰੀ ਹਸਪਤਾਲ 'ਚ ਤਾਂ ਐਸਪਰੀਨ ਦੀ ਗੋਲੀ ਵੀ ਨਹੀਂ ਮਿਲਦੀ। ਮਰੀਜ਼ ਬੜੇ ਦੁਖੀ ਹੁੰਦੇ ਆ। ਇਹ ਧਰਮ ਦਾ ਕੰਮ ਹੈ ਜੀ, ਭਗਵਾਨ ਦਾ ਮੰਦਰ ਹੀ ਸਮਝੋ। ਸੇਠ ਜੀ ਜਿਵੇਂ ਸੋਚੀ ਪੈ ਗਏ। ਰਤਾ ਹੋਰ ਗੰਭੀਰ आवाज 'ਚ बोले, देखो जी ये काम तो किसी संस्था का है, आप अकेले कैसे कर पाओगे? बहुत बड़ा काम है। ਜਦੋਂ ਜੀ ਤੁਹਾਡੇ ਵਰਗੇ ਧਰਮਾਤਮਾ ਮੇਰੇ ਨਾਲ ਹੋਣਗੇ ਤਾਂ ਭਗਵਾਨ ਆਪੇ ਸਭ ਕੰਮ ਸਿਰੇ ਚੜਾਊਗਾ। वाह तो ठीक से, पर देखो ना फिर उसकी मालकी का सवाल आएगा, उसमें और डॉक्टर रखने का सवाल आएगा, आमदन खर्च का प्रश्न उठेगा। तब तो कोई संस्था ही होनी चाहिए ना। ये अकेले दुकेले मानस का काम तो नहीं ना जी। ਸੇਠ ਜੀ ਧੋਤੀ ਦੇ ਲੜੋਂ ਖੋਲੀਆਂ 3 ਲੰਮੀਆਂ ਕੁੰਜੀਆਂ ਨਾਲ ਜਿਵੇਂ ਖੇਡਦਿਆਂ ਬੇਧਿਆਨੀ ਨਾਲ ਬੋਲੀ ਜਾ ਰਹੇ ਸੀ। ਇਹ ਗੱਲ ਹੀਰਾ ਦੇਵੀ ਤੋਂ ਝੱਲੀ ਨਹੀਂ ਗਈ। ਉਹਨੂੰ ਜਾਪਿਆ ਉਹਦਾ ਅਪਮਾਨ ਕਰ ਰਹੇ ਸੀ। ਜੀ ਕੀਤਾ ਉੱਠ ਕੇ ਚੁੱਪ ਚੁਪੀਤੀ ਤੁਰ ਜਾਏ, ਪਰ ਪਲ ਦਾ ਪਲ ਜਿਵੇਂ ਮੱਲੋ ਜ਼ੋਰੀ ਮਨ ਨੇ ਕੁਝ ਪਲ ਹੋਰ ਬੈਠਣ ਲਈ ਮਜਬੂਰ ਕੀਤਾ। ਚੁੱਪ ਨਹੀਂ ਰਹਿ ਸਕੀ ਰਤਾ ਸਖਤ ਆਵਾਜ਼ 'ਚ ਬੋਲੀ, ਮੈਂ ਇਸ ਕੰਮ ਨੂੰ ਕਰਨ ਦਾ ਪ੍ਰਣ ਭਗਵਾਨ ਦੇ ਸਾਹਮਣੇ ਲੈ ਚੁੱਕੀ ਹਾਂ ਸੇਠ ਜੀ। ਇਹ ਧਰਮ ਦਾ ਕੰਮ ਹੈ, ਆਪੇ ਭਗਵਾਨ ਸਿਰੇ ਚੜਾਉਣਗੇ। ਬੰਦਾ ਕੌਣ ਵਿਚਾਰਾ ਹੈ। ठीक से मदद तो जो हुई करेंगे। आप आ जाना किसी टाइम, मैं दुकान पर भी बात करूँगा। ये कह के सेठ जी ने ओम ओम करदियां ਵੱਡੀ ਅਲਮਾਰੀ ਖੋਲੀ। ਉਸ 'ਚ ਇਉਂ ਫੋਲਾ ਫਾਲੀ ਕਰਨ ਲੱਗ ਪਏ ਜਿਵੇਂ ਕੋਈ ਗੁਆਚੀ ਚੀਜ਼ ਲੱਭ ਰਹੇ ਹੋਣ। ਹੀਰਾ ਦੇਵੀ ਦਾ ਮਨ ਕਾਰਨ ਹੀ ਅਧੀਰ ਹੋ ਉੱਠਿਆ। ਸੇਠ ਜੀ ਨੂੰ ਨਮਸਕਾਰ ਕਰਦਿਆਂ ਬਿਨਾਂ ਕੋਈ ਹੋਰ ਗੱਲ ਕੀਤੇ ਉੱਠ ਕੇ ਤੁਰ ਆਈ। ਸਠਾਣੀ ਤੇ ਨਿੱਕੀਆਂ ਦੋਏ ਨੂੰਹਾਂ ਵੀ ਬਾਹਰ ਤੱਕ ਛੱਡਣ ਆਈਆਂ। ਵਹੁਟੀਆਂ ਨੇ ਉਹਦੇ ਚਰਨ ਛੂਹੇ, ਪਰ ਉਹਨੂੰ ਮਹਿਲਾਂ ਵਰਗੀ ਹਵੇਲੀ ਦੀਆਂ ਚੌਂਤਰੀਆਂ ਤੋਂ ਉਤਰਦਿਆਂ ਇਉਂ ਲੱਗਿਆ ਜਿਵੇਂ ਕਿਸੇ ਛਿਲੇ ਵਾਲੇ ਘਰੋਂ ਪਰਤ ਰਹੀ ਹੋਵੇ। ਆਪਣਾ ਮਨ ਸੋਗੀ ਤੇ ਮਲੀਨ ਹੋਇਆ ਜਾਪਦਾ ਸੀ। ਉਦੋਂ ਹਸਪਤਾਲ 'ਚ ਕੰਮ ਕਰਦਿਆਂ ਉਹ ਦਿਲਗੀਰ ਰਹੀ। ਕਈ ਨਿਰਾਸ਼ ਸੋਚਾਂ ਨੇ ਇੱਲਾਂ ਵਾਂਗ ਘੇਰਿਆ ਹੋਇਆ ਸੀ, ਪਰ ਪਲ ਦੋ ਪਲ ਪਿੱਛੋਂ ਆਪੇ ਹੀ ਮਨ ਚੜ੍ਹਦੀ ਕਲਾ 'ਚ ਵੀ ਹੋ ਜਾਂਦਾ। ਉਹਨੂੰ ਇਹ ਕੰਮ ਇੰਨਾ ਸਧਾਰਨ ਤੇ ਮਾਮੂਲੀ ਜਾਪਦਾ ਸੀ ਕਿ ਉਹ ਸੇਠ ਜੀ ਤੇ ਭਰਾ ਜੀ ਦੀ ਸਹਾਇਤਾ ਤੋਂ ਬਿਨਾਂ ਹੀ ਸੌਖ ਨਾਲ ਕਰ ਸਕਦੀ ਸੀ। ਫਿਰ ਇਸ ਨਿਰਾਸ਼ਾ ਦਾ ਕੀ ਕਾਰਨ ਸਮਝ ਨਹੀਂ ਆਈ। ਉਸ ਦਿਨ ਪਿੱਛੋਂ ਉਹ ਇਸ ਕੰਮ ਨੂੰ ਸਿਰੇ ਚੜਾਉਣ ਲਈ ਉਵੇਂ ਝੱਲੀ ਹੋ ਤੁਰੀ ਜਿਵੇਂ ਬਚਪਨ 'ਚ ਹਰ ਉਸ ਮੰਗਲੀ ਹੋ ਜਾਂਦੀ ਸੀ ਜਿਹੜੇ ਉਹਦੇ ਮੂੰਹੋਂ ਨਿਕਲ ਜਾਏ। ਆਪਣੇ ਬਚਪਨ ਦੀਆਂ ਕਈ ਅਲਵਲਲੀਆਂ ਜ਼ਿੱਦਾਂ ਉਹਨੂੰ ਯਾਦ ਸਨ। ਘਰ ਦੇ ਹਰੇਕ ਜੀਅ ਨੂੰ ਪਤਾ ਹੁੰਦਾ ਸੀ ਕਿ ਜਦੋਂ ਤੱਕ ਉਹ ਆਪਣੀ ਗੱਲ ਮਨਵਾ ਨਹੀਂ ਲੈਂਦੀ ਉਹਨੂੰ ਕਿਵੇਂ ਵੀ ਵਰਚਾਇਆ ਨਹੀਂ ਜਾ ਸਕਦਾ। ਆਪਣੇ ਸੁਭਾਅ ਅਨੁਸਾਰ ਉਸ ਇੱਕ ਵਾਰ ਫੇਰ ਭਰਾ ਜੀ ਨਾਲ ਗੱਲ ਕੀਤੀ, ਪਰ ਉਹਨਾਂ ਐਤਕੀ ਪਹਿਲਾਂ ਨਾਲੋਂ ਵੀ ਵਧੇਰੇ ਬੇਧਿਆਨੀ ਨਾਲ ਏਡਾ ਰੁੱਖਾ ਜਵਾਬ ਦਿੱਤਾ ਕਿ ਬਾਕੀ ਰਹਿੰਦੀ ਆਸ ਵੀ ਮੁੱਕ ਗਈ। ਉਹਨਾਂ ਕਿਹਾ, ਤੂੰ ਬੀਬੀ ਜਦੋਂ ਜਿੱਦ ਪੈ ਜਾਏ ਫਿਰ ਗੱਲ ਦਾ ਖਹਿੜਾ ਹੀ ਨਹੀਂ ਛੱਡਦੀ। ਇਹ ਭਲਾ ਤੇਰੇ ਵੱਸ ਦੀ ਗੱਲ ਹੈ? ਤੂੰ ਆਪਣਾ ਮੰਦਰ ਸੰਭਾਲ, ਭਗਵਾਨ ਦਾ ਨਾਂ ਲੈ, ਤੇ ਜੇ ਦਿਲ ਕਰਦਾ ਤਾਂ ਇੱਥੇ ਮਰੀਜ਼ਾਂ ਦੀ ਸੇਵਾ ਕਰ ਛੱਡ। ਹਸਪਤਾਲ ਵਾਲੀ ਗੱਲ ਮੈਂ ਆਪ ਬੜੀ ਦੇਰ ਤੋਂ ਸੋਚੀ ਹੋਈ ਹੈ, ਪਰ ਕਰੀਏ ਕੀ? ਕੋਈ ਇਲਾਜ ਨਹੀਂ, ਨਾਲੇ ਕੋਈ ਫਾਇਦਾ ਵੀ ਨਹੀਂ। ਇਹ ਸਭ ਗੱਲਾਂ ਉਹਦੇ ਪੋਟਿਆਂ 'ਚ ਪੁੜੀਆਂ ਸੂਲਾਂ ਵਾਂਗ ਚੁਭ ਗਈਆਂ।
ਹੁਣ ਸਵੇਰੇ ਮੰਦਰ ਜਾ ਕੇ ਭਗਵਾਨ ਅੱਗੇ ਸਭ ਤੋਂ ਪਹਿਲਾਂ ਬੇਨਤੀ ਇਹੋ ਕਰਦੀ ਕਿ ਉਹਨੂੰ ਇਸ ਕੰਮ ਨੂੰ ਸਿਰੇ ਚੜਾਉਣ ਦਾ ਬਲ ਦੇਣ। ਪੂਰਾ ਵਿਸ਼ਵਾਸ ਸੀ ਕਿ ਉਹ ਇਹ ਕੰਮ ਉਹ ਭਗਵਾਨ ਦੀ ਦਇਆ ਦ੍ਰਿਸ਼ਟੀ ਨਾਲ ਸਿਰੇ ਚੜਾ ਲਏਗੀ। ਫਿਰ ਉਹ ਝੱਲੀ ਹੋ ਕੇ ਇਸ ਕੰਮ ਦੇ ਮਗਰ ਲੱਗ ਤੁਰੀ। ਇੱਥੋਂ ਤੱਕ ਵੀ ਉਹ ਪਹੁੰਚੀ ਕਿ ਜਿਹੜਾ ਮਰੀਜ਼ ਰਾਜ਼ੀ ਹੋ ਕੇ ਜਾਣ ਲੱਗਦਾ, ਉਹਦੇ ਵਾਰਸਾਂ ਕੋਲੋਂ ਇਸ ਕੰਮ ਲਈ ਕੁਛ ਨਾ ਕੁਛ ਮੰਗ ਲੈਂਦੀ, ਪਰ ਬਹੁਤੀ ਵਾਰੀ ਉਹਨੂੰ ਨਿਰਾਸ਼ਾ ਹੀ ਹੁੰਦੀ। ਇੱਕ ਦਿਨ ਕਿਸੇ ਅੜਬ ਜੱਟ ਨੇ ਏਡੀ ਰੁੱਖੀ ਗੱਲ ਆਖੀ ਕਿ ਉਹ ਬਰਦਾਸ਼ਤ ਵੀ ਨਹੀਂ ਕਰ ਸਕੀ। ਬੀਬੀ, ਉੱਧਰ ਤਾਂ ਤੇਰਾ ਭਰਾ ਸਾਡੀ ਛਿੱਲ ਲਾਈ ਜਾਂਦਾ ਹੈ, ਇੱਧਰੋਂ ਤੂੰ ਆਪਦੇ ਹਸਪਤਾਲ ਦਾ ਸਿਆਪਾ ਛੇੜ ਲਿਆ। ਅਸੀਂ ਤਾਂ ਭਾਈ ਗਰੀਬ ਆਦਮੀ ਆ, ਖਬਰੇ ਕਿਵੇਂ ਗੁਜ਼ਾਰਾ ਕਰਦੇ ਆ, ਕਿੱਥੋਂ ਲਿਆ ਕੇ ਦੇਈਏ ਡਾਲੇ। ਐਂ ਤਾਂ ਨਾ ਕਰਿਆ ਕਰੋ, ਸਾਰਾ ਟੱਬਰ ਰਲ ਕੇ ਇੱਥੇ ਆਇਆ ਨਾਲ। ਭਾਵੇਂ ਲੋਕਾਂ ਦੇ ਅਜਿਹੇ ਰੋਣੇ ਸੁਣਨ ਦੀ ਉਹਨੂੰ ਆਦਤ ਜੀ ਪੈ ਗਈ ਸੀ, ਪਰ ਆਪਣੇ ਭਰਾ ਜੀ ਬਾਰੇ ਅਜਿਹੇ ਸ਼ਬਦ ਉਹਨੇ ਪਹਿਲੀ ਵਾਰ ਸੁਣੇ ਸੀ ਤੇ ਇਹਦਾ ਉਹਨੂੰ ਬਹੁਤ ਹੀ ਦੁੱਖ ਹੋਇਆ ਸੀ। ਭਰਾ ਜੀ, ਤੁਹਾਡੀ ਕਿਹੜੀ ਛਿੱਲ ਲਾਈ ਅਸੀਂ, ਐਵੇਂ ਬੋਲੀ ਜਾਂਦੇ ਹੋ, ਸਖਤ ਆਵਾਜ਼ 'ਚ ਕਿਹਾ। ਗੁੱਸੇ ਨਾ ਹੋ ਬੀਬੀ, ਮੈਂ ਕੋਈ ਕੁਫਰ ਨਹੀਂ ਤੋਲਦਾ, ਜੱਟ ਨੇ ਠਰਮੇ ਨਾਲ ਕਿਹਾ। ਸਾਨੂੰ ਇੱਥੇ ਆਇਆਂ ਨੂੰ 4 ਦਿਨ ਹੋਏ ਆ। ਤੇਰੇ ਸਾਊ ਭਰਾ ਜੀ ਨੇ ਸਾਥੋਂ 125 ਰੁਪਈਏ ਤਾਂ ਐਦੋਂ ਪਹਿਲਾਂ ਲੈ ਲਿਆ। ਲੋੜਾ ਨਹੀਂ, 2-3 ਸੂਏ ਲਾਏ ਆ, ਜਾਂ ਪੀਣ ਨੂੰ ਪਾਣੀ ਜਿਹਾ ਦਿੱਤਾ ਹੈ। ਇੰਨੇ ਪੈਸੇ ਹੁਣ ਲੁੱਟਣ ਦੀ ਲੱਕ ਬੰਨ੍ਹ ਛੱਡਿਆ, ਪਰ ਕਰੀਏ ਕੀ, ਸਰਦਾ ਨਹੀਂ ਤਾਂ ਬੀਬਿਆ ਇੱਥੇ ਵੱਡੀ ਰੂਹ ਕਿਹੜਾ ਕਰਦੀ ਆ ਉਹਨੂੰ। ਇੱਥੇ ਤਾਂ ਸਿਆਣੇ ਕਹਿੰਦੇ ਆ ਵੀ ਰੱਬ ਨਰਕ 'ਚ ਲੈ ਜੇ, ਪਰ ਡਾਕਟਰਾਂ ਤੇ ਵਕੀਲਾਂ ਦੇ ਬਸ ਨਾ ਪਾਵੇ। ਕਰੀਏ ਕੀ, ਪੈਣਾ ਪੈਂਦਾ। ਜਦੋਂ ਬੰਦਾ ਮਰਦਾ ਹੋਵੇ ਤਾਂ ਆਪੇ ਭੱਜਣਾ ਪੈਂਦਾ। ਤੁਸੀਂ ਤਾਂ ਨਹੀਂ ਸੱਦ ਕੇ ਲਿਆਉਂਦੇ। ਕਹੀ ਮਜਬੂਰੀ, ਕਹੀ ਤੰਗੀ ਤੇ ਕਹੀ ਸਿੱਧੜ ਗੱਲ ਸੀ। ਕੀ ਭਰਾ ਜੀ ਸੱਚਮੁੱਚ ਹੀ ਇੰਨੇ ਪੈਸੇ ਲੈਂਦੇ ਆ? ਜੇ ਠੀਕ ਸੀ ਤਾਂ ਬੜੀ ਬੁਰੀ ਗੱਲ ਸੀ। 7 ਨੰਬਰੀ ਕੋਠੜੀ ਵਾਲੇ ਜੱਟ ਤੋਂ ਤੁਸੀਂ 125 ਰੁਪਏ ਲਿਆ ਸੀ ਭਰਾ ਜੀ? ਉਸ ਹੱਥ ਨੇ ਘਰ ਜਾ ਕੇ ਪੁੱਛਿਆ। ਕਿਉਂ, ਕੀ ਮਤਲਬ? ਉਹਨਾਂ ਅੱਗੋਂ ਰੁੱਖਾ ਉੱਤਰ ਦਿੱਤਾ। ਮਤਲਬ ਕੀ ਹੋਣਾ ਸੀ, ਮੈਂ ਤਾਂ ਪੁੱਛਿਆ ਸਿਰਫ। ਹੋਰ ਇਹਨਾਂ ਲੋਕਾਂ ਨੂੰ ਪੱਲਿਆਂ ਦਵਾਈਆਂ ਦੇਈ ਜਾਈਏ? ਅਸੀਂ ਜੋ ਲੈਂਦੇ ਹਾਂ ਮਿਹਨਤ ਕਰਕੇ ਲੈਂਦੇ ਹਾਂ, ਮੁਫਤ ਥੋੜ੍ਹਾ ਸਾਨੂੰ ਕੋਈ ਦੇ ਜਾਂਦਾ ਹੈ। ਅਜਿਹੀ ਗੱਲ ਹੀਰਾ ਦੇਵੀ ਲਈ ਅਸਹਿਜ ਸੀ। ਪਲ ਦਾ ਪਲ ਉਹ ਗੁੰਮ ਸੁੰਮ ਹੋਈ ਰਹੀ। ਅਖੀਰ ਇੰਨਾ ਹੀ ਕਹਿ ਸਕੀ, ਇਹ ਤੁਸੀਂ ਕੀ ਕਹਿੰਦੇ ਹੋ ਭਰਾ ਜੀ? ਕਿਉਂ? ਭਰਾ ਜੀ ਪਹਿਲਾਂ ਵਰਗੀ ਰੁੱਖੀ ਆਵਾਜ਼ 'ਚ ਬੋਲੇ। ਮੈਂ ਕੋਈ ਅੱਲੋਕਾਰ ਗੱਲ ਆਖੀ ਹੈ? ਇਸ ਸੰਸਾਰ 'ਚ ਜਿਉਣਾ ਤਾਂ ਹਰੇਕ ਨਹੀਂ ਹੋਇਆ ਬੀਬੀ। ਆਖਿਰ ਇਹ ਘਰ ਦਾ ਖਰਚ ਵੀ ਤਾਂ ਕਿਤੋਂ ਚੱਲਣਾ ਹੈ ਕਿ ਨਹੀਂ। ਖਰਾਇਤੀ ਹਸਪਤਾਲ ਖੋਲ੍ਹ ਕੇ ਬਹਿ ਜਾਈਏ ਤਾਂ ਦੂਜੇ ਦਿਨ ਭੁੱਖੇ ਮਰਨ ਲੱਗ ਜਾਂਗੇ। ਇਹ ਟਿਸ਼ਨੇ ਫਿਸ਼ਨੇ ਨਹੀਂ ਫੇਰ ਰਹਿ ਸਕਦੇ ਕਿਸੇ ਦੇ ਵੀ। ਇਹਨਾਂ ਗੱਲਾਂ ਨੇ ਹੀਰਾ ਦੇਵੀ ਨੂੰ ਹੋਰ ਦਿਲਗੀਰ ਕਰ ਦਿੱਤਾ। ਉਹਨੂੰ ਧਰਮ ਭਗਤੀ ਤੇ ਜੀਵਨ ਦੇ ਇਸ ਅਸਲੀ ਪੱਖ ਵਿਚਕਾਰ ਇੱਕ ਡੂੰਘੀ ਖਾਈ ਦਿਸਣ ਲੱਗ ਪਈ। ਪ੍ਰਤੱਖ ਜਾਪਿਆ ਇਹ ਖਾਈ ਇੰਨੀ ਚੌੜੀ ਸੀ ਕਿ ਬੰਦਾ ਇਸ ਉੱਤੋਂ ਛਾਲ ਮਾਰ ਕੇ ਪਾਰ ਤਾਂ ਜਾ ਸਕਦਾ ਸੀ, ਪਰ ਖਾਈ ਦੀਆਂ ਦੋਹਾਂ ਵੱਟਾਂ ਉੱਤੇ ਪੈਰ ਰੱਖ ਕੇ ਨਹੀਂ ਸੀ ਤੁਰ ਸਕਦਾ। ਉਸ ਲਈ ਇਹ ਬੜੇ ਹੀ ਓਪਰੇ ਵਿਚਾਰ ਸਨ। ਅਜਿਹੀਆਂ ਗੱਲਾਂ ਸੋਚਦਿਆਂ ਉਹਦੀ ਆਤਮਾ ਦੀ ਹਾਲਤ ਜਾਲ 'ਚ ਫਸੀ ਉਸ ਪੰਛੀ ਵਰਗੀ ਹੋ ਗਈ ਜਿਹੜਾ ਸਾਰੇ ਜ਼ੋਰ ਨਾਲ ਖੰਭ ਫੜਕਾ ਰਿਹਾ ਤੇ ਆਪਣੇ ਪੰਜਿਆਂ ਨਾਲ ਧਰਤੀ ਖੁਰਚ ਰਿਹਾ ਹੋਵੇ ਤੇ ਉਹ ਖੁੱਲ੍ਹੇ ਨੀਲੇ ਆਕਾਸ਼ 'ਚ ਉੱਡਣ ਦੀ ਉਹਦੀ ਲਾਲਸਾ ਹੋਰ ਵੱਧ ਰਹੀ ਹੋਵੇ। ਇੱਛਾ ਦੀ ਅਪੂਰਤੀ ਕਾਰਨ ਮਨ ਦੀ ਬੇਪਲਤਾ ਹੋਰ ਵਧੀ ਜਾਂਦੀ ਸੀ। ਅੰਤ ਅਜਿਹੇ ਵਹਿਣਾਂ 'ਚ ਪਈ ਹੋਈ ਕਈ ਰਾਤਾਂ ਤਾਂ ਸੌਂ ਵੀ ਨਹੀਂ ਸਕੀ। ਮਨ ਇਸ ਸੰਸਾਰੀ ਮਾਇਆ ਦੇ ਜਾਲ 'ਚ ਪੂਰੀ ਤਰ੍ਹਾਂ ਫਸ ਗਿਆ ਜਾਪਦਾ ਸੀ। ਪਰ ਇਹ ਮਾਇਆ ਜਾਲ ਏਡਾ ਜਾਦੂ ਜਾਲ ਸੀ ਕਿ ਹਰ ਸਮੇਂ ਆਪਣੇ ਜਾਦੂ ਦੀਆਂ ਕਿਰਨਾਂ ਨਾਲ ਅੱਖਾਂ ਚੁੰਧਿਆਈ ਜਾ ਰਿਹਾ ਸੀ। ਜਿਉਂ-ਜਿਉਂ ਇਹਦੀਆਂ ਤੰਦਾਂ ਕਸੀਂਦੀਆਂ ਜਾਂਦੀਆਂ ਤਿਉਂ-ਤਿਉਂ ਇਹਦਾ ਮੋਹ ਵੱਧਦਾ ਜਾਂਦਾ ਸੀ। 2 ਦਿਨ ਤੋਂ ਇੱਕ ਹੋਰ ਬਿਮਾਰ ਕੁੜੀ ਆਈ ਹੋਈ ਸੀ। ਉਹਨੂੰ ਪੀਲੀਆ ਹੋਇਆ ਸੀ। ਸਾਰਾ ਦਿਨ ਮੰਜੇ ਤੇ ਬੈਠੀ ਛੀਂਟਦੀ ਰਜਾਈ ਦੀ ਬੁੱਕਲ ਮਾਰੀ ਕੁੜੀ ਹੀਰਾ ਦੇਵੀ ਵੱਲ ਹੀ ਵੇਂਦੀ ਰਹਿੰਦੀ। ਬਿਮਾਰ ਹੋਠਾਂ ਤੇ ਮਰਨਾਊ ਮੁਸਕਰਾਹਟ ਹਰ ਵੇਲੇ ਖਿਲਰੀ ਤੇ ਬੱਗੀਆਂ ਅੱਖਾਂ 'ਚ ਅੱਲੋਕਾਰ ਅਨੁਭਵ ਮਹਿਸੂਸ ਹੁੰਦਾ। ਹੀਰਾ ਦੇਵੀ ਉਹਦੀ ਕੋਠੜੀ ਅੱਗੋਂ ਲੰਘਦਿਆਂ ਉਸ ਵੱਲ ਝਾਕੇ ਬਿਨਾਂ ਰਹਿ ਨਹੀਂ ਸੀ ਸਕਦੀ। ਤੂੰ ਅੱਜ ਦੁਪਹਿਰੇ ਜਦੋਂ ਰੋਟੀ ਖਾ ਕੇ ਉਹ ਹਸਪਤਾਲ ਆਈ ਤਾਂ ਇਉਂ ਲੱਗਿਆ ਜਿਵੇਂ ਕੁੜੀ ਨੇ ਚੁੱਪ ਕੀਤਿਆਂ ਮੱਲੋ ਮੱਲੀ ਉਹਨੂੰ ਕੋਲ ਬੁਲਾ ਲਿਆ ਹੋਵੇ। ਤੂੰ ਬੀਬੀ ਗੋਲੀਆਂ ਲੈ ਲਈਆਂ ਸੀ ਸਵੇਰ ਵਾਲੀਆਂ? ਬੇਮਤਲਬ ਹੀ ਉਸ ਪੁੱਛ ਲਿਆ। ਹਾਂ, ਕੁੜੀ ਨੇ ਢਿੱਲਾ ਜਿਹਾ ਉੱਤਰ ਦਿੱਤਾ। ਪਰ ਭੈਣ ਮੇਰੀਏ, ਰਾਮ ਤਾਂ ਕੋਈ ਆਉਣਾ ਨਹੀਂ ਉਹਨਾਂ ਨਾਲ। ਕਿਉਂ, ਤੈਨੂੰ ਕੀ ਪਤਾ? ਹੀਰਾ ਦੇਵੀ ਨੂੰ ਉਹਦੀ ਇਸ ਗੱਲ ਤੇ ਹਾਸੀ ਆ ਗਈ। ਉਹਨੇ ਇਹ ਗੱਲ ਇੰਨੀ ਤਸੱਲੀ ਨਾਲ ਆਖੀ ਸੀ ਕਿ ਉਹਦਾ ਮੋੜ ਕੋਈ ਨਹੀਂ ਸੀ ਕੀਤਾ ਜਾ ਸਕਦਾ। ਲੈ, ਹੁਣ ਮੈਂ ਕਿਤੇ ਪਤੇ ਤੋਂ ਬਿਨਾਂ ਹੀ ਫਿਰਦੀ ਹਾਂ, ਕੁੜੀ ਨੇ ਅੱਗੋਂ ਫੇਰ ਉਸੇ ਠਰਮੇ ਤੇ ਦ੍ਰਿੜਤਾ ਨਾਲ ਕਿਹਾ ਤੇ ਅੱਖਾਂ ਦੀ ਲਿਸ਼ਕ ਇੱਕਦਮ ਲੋਪ ਹੋ ਗਈ, ਜਿਵੇਂ ਕਿਸੇ ਨੇ ਫੂਕ ਮਾਰ ਕੇ ਦੀਵਾ ਬੁਝਾ ਦਿੱਤਾ ਹੋਵੇ। ਹੁਣ ਉਹਦੀਆਂ ਅੱਖਾਂ ਦੇ ਡੂੰਘੇ ਟੋਇਆਂ ਹੇਠ ਚਿੱਟੇ ਪੜਦੇ ਹੀ ਦਿਸਦੇ ਰਹੇ।
ਹੀਰਾ ਦੇਵੀ ਉਹਦੀ ਏਡੀ ਗੰਭੀਰਤਾ ਨਾਲ ਆਖੀ ਗੱਲ ਨੂੰ ਹਾਸੇ 'ਚ ਨਹੀਂ ਟਾਲ ਸਕੀ। ਬਿਨਾਂ ਝਿਜਕ ਉਹਦੇ ਪੁਆਂਦੀ ਬੈਠਦਿਆਂ ਬੋਲੀ, ਜੇ ਤੈਨੂੰ ਇੰਨਾ ਪਤਾ ਸੀ ਤਾਂ ਫਿਰ ਤੂੰ ਇੱਥੇ ਆਈ ਕਿਉਂ? ਇੰਨਾ ਚਿੱਤ ਨਹੀਂ ਡੁਲਾਈਦਾ ਹੁੰਦਾ ਭੈਣ ਮੇਰੀਏ। ਲੈ ਫਿਰ ਸੁਣ ਲੈ, ਕੁੜੀ ਨੇ ਸਿਰ ਹਿਲਾ ਕੇ ਨਰੋਈ ਆਵਾਜ਼ 'ਚ ਕਿਹਾ। ਅੱਜ ਤਾਂ ਮੈਂ ਇੱਥੇ ਤਾਂ ਵੀ ਜਿਹੜੇ ਤੁਹਾਡੇ ਪਿਛਲੇ ਜਨਮ ਦੇ ਕੁਝ ਦੇਣੇ ਸੀ ਉਹ ਪੂਰੇ ਕਰਕੇ ਖਹਿੜਾ ਛੇਤੀ ਛੁੱਟ ਜੇ। ਤੇ ਜੇ ਸੱਚੀ ਪੁੱਛੇ ਤਾਂ ਚਿੱਤ ਉਦੋਂ ਹੀ ਮੇਰਾ ਡੁੱਲ ਗਿਆ ਸੀ ਜਦੋਂ ਬਿਮਾਰ ਹੋਈ ਸੀ। ਤੇਰੇ ਚਿੱਤ 'ਚ ਆ ਵੀ ਮੈਂ ਕੁਦਰਤੋਂ ਬਿਮਾਰ ਹੋਈ ਹਾਂ? ਲੈ ਮੈਨੂੰ ਕਿਤੇ ਪਤਾ ਨਹੀਂ। ਮੇਰੀ ਸੌਕਣ ਵੱਡੀ ਨਨਾਣ ਨੇ ਆਪਦੇ ਹੱਥੀਂ ਚਾਹ 'ਚ ਮਸਾਣ ਪਾ ਕੇ ਦਿੱਤਾ ਸੀ ਤੇ ਦਵਾਇਆ ਸੀ ਉਹਨੇ ਆਪ। ਕਦੇ ਮਸਾਣ ਖਾਦਿਆਂ ਵਾਲਾ ਬੰਦਾ ਅੱਜ ਤਾਈਂ ਬਚਦਾ ਸੁਣਿਆ ਤਾਂ? ਦੁਨੀਆ ਦੇ ਤਖਤੇ ਤੇ ਨਾ ਕਦੰਤ ਨਹੀਂ ਬਚ ਸਕਦਾ। ਬਸ ਇਹ ਤਾਂ ਤੁਹਾਡੇ ਜਿਹੜੇ ਦੇਣੇ ਆ ਉਹ ਦੇਣ ਆਈਆਂ, ਨਹੀਂ ਜਾਨ ਕਿਵੇਂ ਨਿਕਲੂ? ਉਹ ਡੌਰ ਭੌਰ ਜੀ ਐਨਕਾਂ ਵਿੱਚ ਉਸ ਵੱਲ ਝਾਕਦੀ ਰਹੀ। ਕੀ ਜਵਾਬ ਦੇਵੇ, ਗੱਲ ਹੀ ਸਮਝ ਨਹੀਂ ਸੀ ਪੈਂਦੀ। ਵੇਖ ਹੁਣ, ਕੁੜੀ ਬੋਲੀ, ਤੇਰੇ ਕੋਲੇ ਢਿੱਡ ਤਾਂ ਫਰੋਲਿਆ ਬਈ ਤੂੰ ਸਾਊ ਜੀ ਲੱਗਦੀ ਐ। ਗਾਹਾਂ ਗੱਲ ਨਾ ਕਰੀ। ਜਦੋਂ ਮੈਂ ਮੁਕਲਾਵੇ ਗਈ ਮੇਰੀ ਵੱਡੀ ਨਨਾਣ ਉਦੋਂ ਹੀ ਮੇਰੇ ਵਾਲੇ ਘੁੱਗੂ ਨੂੰ ਪੱਟੀਆਂ ਪੜਾਉਣ ਲੱਗ ਪਈ। 2 ਵਰ੍ਹੇ ਉਹ ਹਰ ਰੋਜ਼ ਮੇਦਾ ਨਾਲ ਮੈਨੂੰ ਕੁੱਟਦਾ ਰਿਹਾ। ਆ ਵੇਖ ਮੇਰੇ ਸਾਰੇ ਮੌਰ, ਪਸਲੀਆਂ, ਗੋਡੇ, ਗਿੱਟੇ ਸਭ ਭੰਨ ਕੇ ਚੂਰਾ ਕੀਤੇ ਪਏ ਆ। ਜਦੋਂ ਤੀਵੀਂ ਦਾ ਪਿੱਛਾ ਨਾ ਹੋਵੇ ਤਾਂ ਫਿਰ ਛੁਡਾਵੇ ਕੌਣ ਭੈਣੇ? ਭਰਾ ਨਿੱਕਾ ਸੀ, ਨਾਲੇ ਸੀ ਇੱਕੋ, ਤੇ ਪਿਓ ਵਿਚਾਰਾ ਕਲਾਪਾ। ਉਹਦੇ 3 ਅਜੇ ਹੋਰ ਬੈਠੀਆਂ ਕੋਠੇ ਜਿੱਡੀਆਂ ਫਰਿਆਦ ਕਿਹਦੇ ਕੋਲ ਕਰਦੀ? ਚੁੱਪ ਕਰਕੇ ਚੱਲੀ ਗਈ। ਕਿਉਂ? ਉਹ ਤੈਨੂੰ ਕੁੱਟਦਾ ਕਿਉਂ ਸੀ? ਹੀਰਾ ਦੇਵੀ ਨੇ ਕੁਝ ਹੈਰਾਨ ਹੋ ਕੇ ਪੁੱਛਿਆ। ਕਿਉਂ ਕੁੱਟਦਾ ਸੀ? ਕੁੜੀ ਉਹਦੀ ਮੂਰਖਤਾ ਦੇ ਉੱਤੇ ਜਿਵੇਂ ਮੁਸਕਰਾਈ, ਫਿੱਕਾ ਜਿਹਾ ਹੱਸਦਿਆਂ ਬੋਲੀ, ਤੂੰ ਤਾਂ ਐਂ ਲੱਗਦਾ ਹੈ ਜਿਵੇਂ ਜਮਾਂ ਹੀ ਅਣਜਾਣ ਹੁੰਨੀ ਹੈ। ਜੱਟ ਕਾਹਦੇ ਪਿੱਛੇ ਕੁੱਟਦੇ ਹੁੰਦੇ ਆ? ਕਹਿੰਦਾ ਸੀ ਪੇਕਿਆਂ ਤੋਂ ਚੜੇ ਮਹੀਨੇ ਰਿਪੌੜ ਲਿਆਇਆ ਕਰ ਛਿੱਕੂ ਭਰ ਕੇ। ਨਾਲੇ ਮੇਰੀ ਫਫੇ ਕੁੱਟਣੀ ਨਨਾਣ ਜਦੋਂ ਆਉਂਦੀ ਸੀਖਤਾਂ ਦਿੰਦੀ ਰਹਿੰਦੀ, ਆਖੇ ਦਾਜ ਨਹੀਂ ਲਿਆ ਕੇ ਆਈ, ਇਹ ਕਿੱਥੋਂ ਅਸੀਂ ਗਏ ਘਰ ਦੀ ਪੁੱਠੇ ਪੈਰਾਂ ਵਾਲੀ ਲਿਆਂਦੀ ਹੈ, ਸਾਡੇ ਘਰ ਦਾ ਬਾਰ ਹੀ ਦੂਜੇ ਪਾਸੇ ਕਰਤਾ। ਉੱਤੋਂ ਸੱਸ ਇਹੋ ਜਿਹੀ ਚੰਦਰੀ ਵੀ ਉਹਨੇ ਮੇਰਾ ਕੀਤਾ ਕੰਮ ਹੀ ਪਸੰਦ ਨਹੀਂ ਸੀ ਆਉਂਦਾ। ਇੱਕ ਤਾਂ ਅੰਦਰੋਂ ਅੱਗ ਲੱਗੀ ਪਈ ਟੂਮਾਂ ਦੀ, ਦਾਜ ਦੀ, ਉੱਤੋਂ ਮੈਂ ਮਾੜੀ ਮੋਟੀ ਢਿੱਲੀ ਮੱਠੀ ਰਹਿਣ ਕਰਕੇ ਰੋਟੀ ਟੁੱਕ ਕਰਦੀ, ਚਿਰ ਲਾ ਦਿੰਦੀ, ਬਸ ਫਿਰ ਤੋਂ ਚੜ ਜਾਂਦੀ ਛੱਤਣੀ। ਕੀ ਦੁੱਖ ਪੁੱਛਦੀਆਂ ਭੈਣੇ, ਆ ਸਾਰੀ ਗਿੱਚੀ 'ਚੋਂ ਵਾਲ ਉਸੇ ਦੇ ਪੱਟੇ ਵੇ ਆ। ਕਦੇ ਸੱਸਾਂ ਵੀ ਐ ਨੂੰਹਾਂ ਨੂੰ ਕੁੱਕੜਾਂ ਵਾਂਗ ਖੋਂਦੀਆਂ ਸੁਣਿਆ ਤਾਂ? ਪਰ ਕੀ ਕਰੀਏ, ਮੌਤ ਕਿਹੜਾ ਕਰਮਾਂ 'ਚ ਧਰੀ ਪਈ ਆ। ਸਿਆਣੇ ਕਹਿੰਦੇ ਹੁੰਦੇ ਆ ਨਾ, ਆਖੇ ਮੰਗੀ ਮੌਤ ਮਿਲੇ ਦਰਗਾਹੋਂ ਤਾਂ ਦੁਖੀਆ ਕਾਹਨੂੰ ਜੀਵੇ। ਹੁਣ ਤਾਂ ਬਸ ਥੋੜੇ ਦੇ ਕੇ ਖਹਿੜਾ ਛੁੱਟ ਜੇ ਤਾਂ ਲੱਖ ਵੱਟਿਆ ਸਮਝ। ਅਜੇ ਵਿਚਲੀ ਗੱਲ ਦਾ ਰਹੇਗੀ। ਆ ਕੁਦਰਤ ਨੇ ਕੁੱਖਰ ਹੀ ਨਾ ਹੋਣ ਦਿੱਤੀ ਤੇ ਜੱਟ ਨੇ ਪੁੱਤਾਂ ਤੋਂ ਬਿਨਾਂ ਤੀਵੀਂ ਫੂਕਣੀ ਆ। ਤੂੰ ਐਂ ਦੱਸ। ਹੀਰਾ ਦੇਵੀ ਜਿਵੇਂ ਬੈਠਿਆਂ ਸੁੰਨ ਹੋ ਗਈ। ਉਹਨੂੰ ਕੁੜੀ ਦੇ ਮੂੰਹੋਂ ਸੁਣੀ ਇਹ ਅੱਲੋਕਾਰ ਵਿਥਿਆ ਕਹਾਣੀ ਇਸ ਧਰਤੀ ਦੀ ਗੱਲ ਨਹੀਂ ਸੀ ਜਾਪਦੀ। ਜਦੋਂ ਗੱਲ ਸੁਣਾ ਰਹੀ ਸੀ ਤਾਂ ਉਹਨੂੰ ਕਈ ਵਾਰ ਆਪਣੀ ਸੱਸ ਦਾ ਚੇਤਾ ਆਇਆ, ਜੋ ਸਵੇਰੇ ਦਿਨ ਚੜ੍ਹਨੋਂ ਪਹਿਲਾਂ ਉਹਨੂੰ ਨੌਕਰ ਦੇ ਹੱਥ ਚਾਹ ਕਰਕੇ ਆਪ ਭੇਜ ਦਿੰਦੀ, ਫਿਰ ਚੌਥੇ ਦਿਨ ਚੜ੍ਹੇ ਮਿੱਠੀ ਆਵਾਜ਼ 'ਚ ਬੱਚੀ ਹੀਰਾ ਕਹਿ ਕੇ ਜਗਾਉਣ ਆਉਂਦੀ ਸੀ। ਪਰ ਇਹਦੀ ਸੱਸ ਤੀਵੀਂ ਸੀ ਕਿ ਰਾਖਸ਼ਣੀ, ਜਿਹੜੀ ਨੂੰਹ ਦੀ ਗੁੱਤ ਵੀ ਪੁੱਟ ਸਕਦੀ ਸੀ। ਉਦੋਂ ਪਿੱਛੋਂ 3 ਦਿਨ ਹੀਰਾ ਦੇਵੀ ਜਿਉਂ-ਜਿਉਂ ਉਸ ਕੁੜੀ ਦੀਆਂ ਗੱਲਾਂ ਸੁਣਦੀ ਗਈ, ਉਹਨੂੰ ਭਗਵਾਨ ਦੀ ਸਾਰੀ ਅਦਭੁਤ ਲੀਲਾ ਪੁਰਾਣੇ ਬੋਦੇ ਕੱਪੜੇ ਵਾਂਗ ਲੀਰੋ ਲੀਰ ਹੁੰਦੀ ਦਿਸਦੀ ਰਹੀ। ਬਾਰ-ਬਾਰ ਸੋਚਦੀ, ਜੇ ਇੱਥੇ ਧਰਤੀ ਉੱਤੇ ਅਜਿਹੇ ਲੋਕ ਇਉਂ ਨਰਕ ਵਰਗੀ ਜੂਨ ਭੋਗ ਰਹੇ ਹੈ ਤਾਂ ਉਹ ਸਵਰਗ ਕਿੱਥੇ ਸੀ ਜਿਸ 'ਚ ਭਗਵਾਨ ਤੇ ਉਹਦੇ ਭਗਤ ਵਸਦੇ ਸੀ। ਤੇ ਜਦੋਂ ਮਨ ਸੰਸਾਰੀ ਸੋਚਾਂ 'ਚ ਪੈ ਕੇ ਬਹਿਬਲ ਹੋ ਉੱਠਦਾ ਤਾਂ ਉਹ ਭਗਵਾਨ ਅੱਗੇ ਪ੍ਰਾਰਥਨਾ ਕਰਦੀ ਕਿ ਇਸ ਭਵ ਸਾਗਰ 'ਚੋਂ ਉਹਨੂੰ ਬਾਹਰ ਕੱਢ ਲਏ। ਇਹੋ ਕਾਰਨ ਸੀ ਕਿ ਪਿਛਲੇ 2 ਦਿਨਾਂ ਤੋਂ ਨੇਮ ਨਾਲ ਵੱਧ ਸਮਾਂ ਮੰਦਰ ਬਿਤਾ ਕੇ ਆਉਂਦੀ। ਘਰ ਵੀ ਵੱਡੀ ਰਾਤ ਤਾਈਂ ਬੈਠੀ ਭਾਗਵਤ ਦਾ ਪਾਠ ਕਰਦੀ ਰਹਿੰਦੀ, ਪਰ ਚੰਚਲ ਤੇ ਸੰਸਾਰ ਦੇ ਮਾਇਆ ਜਾਲ 'ਚ ਫਸਦੀ ਜਾ ਰਹੀ ਆਤਮਾ ਝੱਖੜ 'ਚ ਸਾਗਰ ਤੇ ਤੁਰਦੀ ਬੇੜੀ ਵਾਂਗ ਹੋਰ ਡੋਲਣ ਲੱਗ ਪੈਂਦੀ। ਅੰਤੋਂ ਪੀਲੀਏ ਦੀ ਮਰੀਜ਼ ਕੁੜੀ ਚੌਥੇ ਦਿਨ ਐਨ ਆਪਣੇ ਬੋਲ ਪੂਰੇ ਕਰਕੇ ਅੱਖਾਂ ਮੀਟ ਗਈ। ਮਰਨ ਵੇਲੇ ਹੀਰਾ ਦੇਵੀ ਉਹਦੇ ਕੋਲ ਨਹੀਂ ਸੀ ਜਾ ਸਕੀ। ਉਂਝ ਵੀ ਜਦੋਂ ਲੰਮੇ ਸਾਹੀਂ ਪਈ ਸੀ ਤਾਂ ਉਹਦਾ ਪਿਓ ਭਰਾ ਜੀ ਤੇ ਤਰਲੇ ਪਾਉਂਦਾ ਕਹਿ ਰਿਹਾ ਸੀ, ਐ ਜੋ ਮਰਜ਼ੀ ਹੈ ਲੈ ਲਓ, ਮੇਰੀ ਜਾਨ ਲੈ ਲਓ ਭਾਵੇਂ, ਪਰ ਇਹਨੂੰ ਬਚਾਓ, ਇਹ ਤਾਂ ਜੀ ਗਊ ਹੈ, ਮੈਂ ਤਾਂ ਸਾਰੀ ਉਮਰ ਕਰਮ ਹੀ ਇਹਦੇ ਖਾਧੇ ਆ, ਇਹ ਤਾਂ ਕੋਈ ਉਤਾਰ ਮੇਰੇ ਘਰੇ ਆਈ ਸੀ, ਜੇ ਨਾ ਬਚੀ ਤਾਂ ਮੇਰਾ ਬੇੜਾ ਹੀ ਰੁੜ ਜੂ ਡਾਕਟਰ ਸਾਹਿਬ। ਤੇ ਕਈ ਦਿਨ ਹੀਰਾ ਦੇਵੀ ਹਸਪਤਾਲ ਵੇਲੇ ਸਿਰ ਨਹੀਂ ਜਾ ਸਕੀ।
ਪਰ ਘਰ ਮੰਦਰ ਪੂਜਾ ਕੀਰਤਨ ਕਥਾ ਕਿਸੇ 'ਚ ਵੀ ਮਨ ਨਹੀਂ ਸੀ ਖੁੱਭਦਾ। ਉਸ ਕੁੜੀ ਨੇ ਜਿਵੇਂ ਉਹਦੀ ਆਤਮਾ ਨੂੰ ਟਿਕਾਣਿਓਂ ਹੀ ਹਿਲਾਤਾ ਸੀ। ਜੋ ਵੀ ਸੋਚ ਉਹਨੂੰ ਆਉਂਦੀ ਉਹਦੀ ਕੋਈ ਨਾ ਕੋਈ ਤੰਦ ਕਿਸੇ ਨਾ ਕਿਸੇ ਪਾਸਿਓਂ ਉਲਝ ਗਈ ਲੱਗਦੀ। ਕੋਈ ਵੀ ਰਾਹ ਪਹਿਲਾਂ ਵਾਂਗ ਸਪਾਟ ਸਿੱਧਾ ਨਹੀਂ ਸੀ ਦਿਸਦਾ, ਸਭ ਉਜੜ ਰਾਹਾਂ ਲੱਗਦੀਆਂ ਸੀ। ਹੋਰ ਕੁਛ ਦਿਨ ਪਿੱਛੋਂ ਜਦੋਂ ਮਨਰਤਾ ਟਿਕਾ 'ਚ ਆਇਆ ਤਾਂ ਉਸ ਇੱਕ ਵਾਰੀ ਫੇਰ ਆਪਣੇ ਕੀਤੇ ਪ੍ਰਣ ਨੂੰ ਨਿਭਾਉਣ ਦਾ ਫੈਸਲਾ ਕੀਤਾ। ਭਰਾ ਜੀ ਬਿਨਾਂ ਪੁੱਛਿਆਂ ਆਪਣੀ ਇੱਕ ਸਾਥਣ ਛਿੱਬੂ ਮਲ ਦੀ ਕੁੜੀ ਦ੍ਰੋਪਦੀ ਨੂੰ ਨਾਲ ਲੈ ਕੇ ਉਹ ਘਰ ਘਰ ਫਿਰਨ ਲੱਗ ਪਈ। ਸਠਾਣੀਆਂ, ਚੁਧਰਾਣੀਆਂ ਤੇ ਸ਼ਾਹਣੀਆਂ ਤੇ ਭਲੇ ਘਰਾਂ ਦੀਆਂ ਤੀਵੀਆਂ ਨੇ ਪੂਰੀ ਸਹਾਇਤਾ ਦਾ ਭਰੋਸਾ ਦਵਾਇਆ ਤੇ ਉਹਨੇ ਸਾਰੀ ਸਲਾਹ ਪੱਕੀ ਕਰਕੇ ਕੰਮ ਆਰੰਭ ਕਰਾਉਣ ਦੀ ਵਿਉਂਤ ਬਣਾ ਲਈ। ਇਸ ਕਰਕੇ ਕਮੇਟੀ ਦੇ ਦਫ਼ਤਰ ਜਾ ਕੇ ਪ੍ਰਧਾਨ ਨਾਲ ਥਾਂ ਸਿਰ ਗੱਲ ਕੀਤੀ। ਤੁਸੀਂ ਆਪਣੇ ਭਰਾ ਜੀ ਵਾਲਾ ਹਸਪਤਾਲ ਹੀ ਕਿਉਂ ਹੋਰ ਨਹੀਂ ਵਧਾਉਂਦੇ? ਪ੍ਰਧਾਨ ਨੇ ਗੰਭੀਰ ਹੋ ਕੇ ਪੁੱਛਿਆ। ਨਾਲੇ ਸਰਕਾਰੀ ਹਸਪਤਾਲ ਤਾਂ ਪਹਿਲਾਂ ਇੱਥੇ ਹੀ ਹੈ, ਹੋਰ ਲੋੜ ਵੀ ਕੀ ਹੈ? ਉਂਝ ਵੀ ਇਹ ਚੱਲੇਗਾ ਕਿਵੇਂ? ਇਹ ਸਭ ਗੱਲਾਂ ਸੋਚ ਕੇ ਮੈਂ ਫਿਰ ਤੁਹਾਡੇ ਕੋਲ ਆਈ ਹਾਂ। ਤੁਸੀਂ ਸਿਰਫ ਇਹ ਦੱਸੋ ਵੀ ਜਿਹੜੀ ਬਾਹਰ ਮੰਦਰ ਦੇ ਸਾਹਮਣੇ ਸਕੂਲ ਕੋਲ ਤੁਹਾਡੀ ਥਾਂ ਪਈ ਆ ਉਹ ਤੁਸੀਂ ਦੇ ਸਕੋਗੇ ਕਿ ਨਹੀਂ? ਇਹ ਕਿਵੇਂ ਹੋ ਸਕਦਾ? ਸਰਕਾਰੀ ਕਾਨੂੰਨ ਅਨੁਸਾਰ ਅਸੀਂ ਉਹ ਸਿਰਫ ਵੇਚ ਸਕਦੇ ਹਾਂ। ਨਾਲੇ ਤੁਸੀਂ ਕੋਈ ਪਬਲਿਕ ਹਸਪਤਾਲ ਤਾਂ ਬਣਾ ਨਹੀਂ ਰਹੇ, ਪ੍ਰਾਈਵੇਟ ਹੋਏਗਾ, ਤੇ ਇਸ ਲਈ ਅਸੀਂ ਕਿਸ ਕਾਨੂੰਨ ਅਧੀਨ ਦੇ ਸਕਦੇ ਹਾਂ? ਤਾਂ ਜ਼ਮੀਨ ਤਾਂ ਤੁਸੀਂ ਇਹਨੂੰ ਪਬਲਿਕ ਹਸਪਤਾਲ ਨਹੀਂ ਸਮਝਦੇ? ਕਿਵੇਂ ਸਮਝੀਏ? ਜੇ ਇਹਦਾ ਪ੍ਰਬੰਧ ਕਿਸੇ ਪਬਲਿਕ ਸੰਸਥਾ ਦੇ ਹੱਥ ਹੋਵੇ ਫੇਰ ਹੀ ਇਉਂ ਹੋ ਸਕਦਾ ਨਾ। ਤੇ ਜੇ ਤੁਸੀਂ ਇਹਨੂੰ ਨਿੱਜੀ ਤੌਰ ਤੇ ਉਸਾਰਨਾ ਤੇ ਚਲਾਉਣਾ ਚਾਹੁੰਦੇ ਹੋ ਤੇ ਫਿਰ ਇਹ ਪਬਲਿਕ ਅਦਾਰਾ ਕਿਵੇਂ ਹੋਇਆ? ਮੈਂ ਇਹ ਮੁਕੰਮਲ ਕਰਕੇ ਜਿਹਨੂੰ ਕਹੂੰਗੀ ਸੰਭਾਲ ਦੇਵਾਂਗੀ, ਮੈਨੂੰ ਤਾਂ ਇਹਦੀ ਕੋਈ ਲੋੜ ਨਹੀਂ, ਸੇਵਾ ਹੈ। ਪ੍ਰਧਾਨ ਬਿੰਦ ਦਾ ਬਿੰਦ ਚੁੱਪ ਕਰ ਗਿਆ ਤੇ ਫਿਰ ਆਪਣੀ ਖੱਦਰ ਦੀ ਤਿੱਖੀ ਨੋਕ ਵਾਲੀ ਚਿੱਟੀ ਟੋਪੀ ਨੂੰ ਪਿਛਾਂਹ ਖਿਸਕਾਉਂਦਿਆਂ ਰਤਾ ਮੁਸਕਰਾ ਕੇ ਬੋਲਿਆ, ਤੁਸੀਂ ਤਾਂ ਭੈਣ ਜੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ। ਕਾਨੂੰਨ ਅਜਿਹੀ ਚੀਜ਼ ਨਹੀਂ ਕਿ ਅਸੀਂ ਉਹਨੂੰ ਆਪਣੀ ਮਰਜ਼ੀ ਮੁਜਬ ਢਾਲ ਲਈਏ। ਕਾਨੂੰਨ ਅਨੁਸਾਰ ਹੀ ਚੱਲਣਾ ਪੈਂਦਾ। ਐਵੇਂ ਤਾਂ ਹੱਥਾਂ ਨੂੰ ਹੱਥਕੜੀਆਂ ਲੱਗ ਜਾਣ। ਨਾਲੇ ਤੁਹਾਡੀ ਸਕੀਮ ਹੀ ਮੇਰੀ ਸਮਝ 'ਚ ਨਹੀਂ ਆਈ। ਧੰਨਵਾਦ।